ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰਤ ਅਗਨਤ ਤਿਨ ਕਾ ਮੋਹ ਪਿਆ ਮਨ ਮਦ ਕਾ 84 ਲੱਖ ਜੋਨ ਉਪਾਈ ਰਿਜਕ ਦਿਆ ਸਭ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਵਾਹਿਗੁਰੂ ਸਾਹਿਬ ਜੀ ਭੈਰੋ ਮਹੱਲਾ ਤੀਜਾ ਜਾਂ ਕਉ ਰਾਖੈ ਆਪਣੀ ਸ਼ਰਣਾਈ ਸਾਚੇ ਲਾਗੈ ਸਾਚਾ ਫਲ ਪਾਈ ਜਾਂ ਕਉ ਰਾਖੈ ਆਪਣੀ ਸ਼ਰਣਾਈ ਸਾਚੇ ਲਾਗੈ ਸਾਚਾ ਫਲ ਪਾਈ ਰੇ ਜਨ ਕੈਸਿਉ ਕਰਹੁ ਪੁਕਾਰਾ ਹੁਕਮੇ ਹੋਆ ਹੁਕਮੇ ਵਰਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਖਿਨ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੂਝਹੁ ਭਰਮ ਨਾ ਭੂਲਹੁ ਕੋਏ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੂਝਹੁ ਭਰਮ ਨਾ ਭੂਲਹੁ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਤੇਜ ਸਿੰਘ ਜੀ ਦੰਦਮੀ ਟਕਸਾਲ ਵਾਲੇ। ਆਪ ਸਰਬੱਤ ਸੰਗਤਾਂ ਬੜੇ ਪਿਆਰ ਦੇ ਨਾਲ ਬੈਠ ਕੇ ਗੁਰ ਸ਼ਬਦ ਦੀ ਵਿਚਾਰ ਕਰੋ। ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ 28 ਜੂਨ ਨੂੰ ਆ ਰਿਹਾ ਹੈ। ਇਸ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ 28 ਜੂਨ ਨੂੰ ਸ਼ਾਮ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11 ਵਜੇ ਤੱਕ ਦੀਵਾਨ ਸੱਜਣਗੇ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ 29 ਜੂਨ ਨੂੰ ਆ ਰਹੇ ਨੇ। ਹਰ ਸਾਲ ਦੀ ਤਰ੍ਹਾਂ
ਗੁਰਦੁਆਰਾ ਸਾਹਿਬ ਮਜਨੂ ਟਿੱਲਾ ਵਿਖੇ 29 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਸੱਜਣਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 30 ਜੂਨ ਨੂੰ ਇਸ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11 ਵਜੇ ਤੱਕ ਮਨਾਈ ਜਾ ਰਹੀ ਹੈ। ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਜੋੜ ਮੇਲਾ 1 ਜੁਲਾਈ ਨੂੰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ 1 ਜੁਲਾਈ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਦੀਵਾਨ ਸਜਣਗੇ। ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਰੌਣਕਾਂ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰ, ਕਬਹੂ ਨਾ ਛਾਡੈ ਖੇਤ। ਮੂਕ ਉਚਰੈ ਸਾਸਤਰ ਖਟ, ਪਿੰਗ ਗ੍ਰਹਿਨ ਚੜ ਜਾਏ। ਅੰਧ ਲਖੈ ਬਦਰੂ ਸੁਣ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੇ ਤੁਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਤੀਜਾ। ਜਾ ਕਉ ਰਾਖੈ ਆਪਣੀ ਸਰਣਾਈ, ਸਾਚੇ ਲਾਗੈ ਸਾਚਾ ਫਲ ਪਾਈ। ਜਾ ਕਉ ਰਾਖੈ ਆਪਣੀ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਵਾਲੀਏ ਕੁਲ ਆਲਮ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ, ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਆਪ ਗੁਰਮੁਖ ਮਾਈ ਪਾਈ ਗਰੀਬ ਨਵਾਜ ਮਹਾਰਾਜ ਜੀ ਦੇ ਹਜ਼ੂਰ ਸੁਭਾਏਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖ ਸਿੰਘਾਂ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਬੜੇ ਪ੍ਰੇਮ ਉਤਸ਼ਾਹ ਸਹਿਤ ਸਰਵਣ ਕਰ ਰਹੇ ਸੀ। ਹੁਣ ਗਰੀਬ ਨਵਾਜ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਜੋ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਇਸ ਪਵਿੱਤਰ ਅਸਥਾਨ ਤੇ ਪ੍ਰਾਰੰਭ ਹੈ ਤਿਸ ਦਾ ਸਮਾਂ ਹੋਇਆ ਹੈ। ਅੱਜ ਦਾ ਜੋ ਦਿਹਾੜਾ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਦਿਹਾੜਾ ਵੀ ਹੈ। ਅੱਜ ਦੇ ਦਿਹਾੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸੇ ਹੀ ਦਿੱਲੀ ਸ਼ਹਿਰ ਦੇ ਵਿੱਚ ਸ਼ਹੀਦ ਕੀਤਾ ਗਿਆ। ਉਹ ਜੋ ਗੁਰਮੁਖ ਪਿਆਰੇ ਜਿਨ੍ਹਾਂ ਨੇ ਭਾਈ ਭਾਰਦਵਾਜ ਖੱਤਰੀ ਦੇ ਗ੍ਰਹਿ ਵਿਖੇ ਜਨਮ ਲਿਆ ਸੀ, ਜਿਨ੍ਹਾਂ ਦਾ ਜੀਵਨ ਜੇ ਆਰੰਭਤਾ ਕਰੀਏ ਤੇ ਜਾਨਕੀ ਦਾਸ ਦੇ ਚੇਲੇ ਬਣ ਕਰਕੇ ਵੈਰਾਗੀ ਹੋ ਕਰਕੇ ਸੰਸਾਰ ਵਿੱਚ ਵਿਚਰੇ, ਫਿਰ ਹਜ਼ੂਰ ਸਾਹਿਬ ਜਾ ਕਰਕੇ ਆਪਣਾ ਡੇਰਾ ਕੀਤਾ। ਹਜ਼ੂਰ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਜਾ ਕਰਕੇ ਨੰਦੇੜ ਵਿਖੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਲੇ ਹਨ। ਵੈਰਾਗ
ਵਰਾਗੀ ਜਿਹੜਾ ਪੁਣਾ ਸੀ, ਵਰਾਗ ਦਾ ਚੋਲਾ ਲਹਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਖਾਲਸੇ ਸਜਾਇਆ। ਉਧਰੋਂ ਵਜ਼ੀਰ ਖਾਨ ਜੋ ਸੀ, ਜਿਸ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਕਦੀ ਵਾਅਦਾ ਕੀਤਾ ਸੀ ਕਿ ਗਰੀਬ ਨਵਾਜ਼ ਆਪ ਕਿਰਪਾ ਕਰੋ, ਮੇਰੀ ਮਦਦ ਕਰੋ, ਮੈਂ ਵਜ਼ੀਰ ਖਾਂ ਵਰਗਿਆਂ ਨੂੰ ਸਜ਼ਾਵਾਂ ਦਵਾਵਾਂਗਾ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜਦੋਂ ਸਮਾਂ ਆਇਆ ਇਸ ਨੂੰ ਕਿਹਾ, ਭਾਈ ਜਿਹੜੇ ਪੰਥ ਦੇ ਦੋਖੀ ਹਨ ਉਹਨਾਂ ਨੂੰ ਸਜ਼ਾ ਦਿਵਾਉਣਾ ਕਰ। ਤਾਂ ਇਸ ਨੇ ਉਸ ਸਮੇਂ ਟਾਲ ਮਟੋਲ ਕਰਦਿਆਂ ਸਿੱਧੇ ਨਹੀਂ ਅਸਿੱਧੇ ਤਰੀਕੇ ਨਾਲ ਜਵਾਬ ਦੇਣਾ ਕੀਤਾ। ਕਹਿਣ ਲੱਗਾ, ਮਹਾਰਾਜ ਜੇ ਮੈਂ ਹੁਣ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਵਜ਼ੀਰ ਖਾਂ ਵਰਗਿਆਂ ਨੂੰ, ਤਾਂ ਰਾਜ ਵਿੱਚ ਗੜਬੜੀ ਪੈਦਾ ਹੋ ਜਾਵੇਗੀ, ਰਾਜਨੀਤਿਕ ਢੰਗ ਦੇ ਨਾਲ ਇਹ ਚੰਗਾ ਨਹੀਂ ਹੋਵੇਗਾ। ਸਤਿਗੁਰੂ ਸਾਹਿਬ ਕਹਿਣ ਲੱਗੇ, ਠੀਕ ਵਜ਼ੀਰ ਖਾਂ, ਅਸੀਂ ਤੇ ਚਾਹੁੰਦੇ ਸਾਂ ਕਿ ਤੂੰ ਕਲੰਕੀ ਹੋ ਕਰਕੇ ਸੰਸਾਰ ਤੋਂ ਨਾ ਜਾਵੇਂ, ਤੁਹਾਨੂੰ ਰਹਿੰਦੀ ਦੁਨੀਆ ਤੱਕ ਤੁਹਾਡੇ ਖਾਨਦਾਨ ਨੂੰ ਲੋਕ ਕੀ ਵਾਅਦਾ ਕਰਕੇ ਮੁਕਰਨ ਵਾਲੇ ਨਾ ਕਹਿਣ। ਵੇਖ ਕਦੇ ਤੇਰੇ ਪਿਓ ਨੇ ਕੁਰਾਨ ਦੀ ਸਹੁੰ ਖਾਧੀ ਸੀ, ਅਸੀਂ ਤੇ ਉਹਦੇ ਤੇ ਵੀ ਇਤਬਾਰ ਕੀਤਾ ਸੀ, ਪਰ ਜੇ ਤੈਨੂੰ ਲੱਗਦਾ ਹੈ ਕਿ ਅਸੀਂ ਜਿਨ੍ਹਾਂ ਨੇ ਪਾਪ ਕੀਤਾ ਹੈ, ਦੁਸ਼ਟਤਾਈ ਕੀਤੀ ਹੈ, ਉਹਨਾਂ ਨੂੰ ਸਜ਼ਾਵਾਂ ਨਹੀਂ ਦੇ ਸਕਦੇ, ਤੇ ਫਿਰ ਵਿਚਾਰ ਕਰ, ਅਸੀਂ ਤੇ ਕੋਈ ਆਪਣਾ ਆਮ ਜਿਹਾ ਸਿੱਖ ਵੀ ਭੇਜ ਕਰਕੇ ਤੇ ਉਹਨਾਂ ਨੂੰ ਸਜ਼ਾਵਾਂ ਦਵਾ ਸਕਦੇ ਹਾਂ। ਉਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਬਾਬਤ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਅੰਮ੍ਰਿਤ ਛਕ ਕਰਕੇ ਨਾਮ ਜਿਨ੍ਹਾਂ ਦਾ ਭਾਈ ਗੁਰਬਖਸ਼ ਸਿੰਘ ਜੀ ਰੱਖਿਆ ਗਿਆ ਹੈ ਕਿ ਗੁਰੂ ਕੇ ਬਖਸ਼ੇ ਹਨ, ਉਹਨਾਂ ਨੂੰ ਉਹਨਾਂ ਦਾ ਜੀਵਨ ਤੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਹੀ ਆਰੰਭ ਹੁੰਦਾ ਹੈ, ਪਰ ਇਤਿਹਾਸ ਵਿੱਚ ਇਹ ਵੀ ਲਿਖਤ ਵਿੱਚ ਆਉਂਦਾ ਹੈ ਕਿ ਨਾਮ ਗੁਰਬਖਸ਼ ਸਿੰਘ ਹੈ। ਜਦੋਂ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਇਤਿਹਾਸ ਸੁਣਿਆ ਸਾਰਾ ਖਾਲਸਾ ਪੰਥ ਦਾ, ਕਿਵੇਂ ਸਜਾਇਆ, ਕਿਵੇਂ ਸ਼ਹਾਦਤਾਂ ਹੋਈਆਂ, ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣੀ, ਵੱਡੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਕਰਕੇ ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਅਜੇ ਉਹ ਪਾਪੀ ਵਜ਼ੀਰ ਖਾਂ ਜਿਉਂਦਾ ਹੈ, ਅਜੇ ਸਰਹੰਦ ਵਸਦੀ ਹੈ, ਆਪ ਕਿਰਪਾਲਤਾ ਕਰੋ, ਮੇਰੇ ਤੇ ਰਹਿਮਤ ਕਰੋ, ਮੈਂ ਜਾ ਕਰਕੇ ਉਸ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣਾ ਚਾਹੁੰਦਾ ਹਾਂ। ਗਰੀਬ ਨਵਾਜ਼ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ 5 ਸਿੰਘ, ਬਾਬਾ ਬਾਜ ਸਿੰਘ, ਬਨੋਦ ਸਿੰਘ, ਭਾਈ ਕਾਹਨ ਸਿੰਘ ਆਦਿਕ ਇਹਨਾਂ ਗੁਰਮੁਖਾਂ ਨੂੰ ਨਾਲ ਤੋਰਿਆ ਹੈ ਕਿ ਜਾਓ, ਇਹਨਾਂ ਨੂੰ ਗੁਰਮਤਿ ਦੀ ਸੋਝੀ ਵੀ ਅਜੇ ਨਵੀਂ ਜੀ ਸਿੱਖੀ ਹੈ। 2 ਬਚਨ ਕੀਤੇ ਸਨ ਕਿ ਕਿਸੇ ਵੀ ਸਿੱਖ ਨੂੰ, ਤੇ ਆਮ ਸਿੱਖ ਇਥੋਂ ਇਹ ਨਹੀਂ ਭਾਵ ਲੈਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਆਮ ਨੇ, ਪਰ ਅਜੇ ਸਿੱਖੀ ਨਵੀਂ ਹੈ। ਜਦ ਕਿ ਸਤਿਗੁਰੂ ਸਾਹਿਬ ਜੀ ਦੇ ਪਾਸ ਪਿਆਰੇ ਦਇਆ ਸਿੰਘ ਜੀ, ਬਾਬਾ ਦੀਪ ਸਿੰਘ ਜੀ ਆਦਿ ਗੁਰਮੁਖ ਪਿਆਰੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਸੋਭਾ ਪਾ ਰਹੇ ਨੇ, ਉਹਨਾਂ ਨੂੰ ਵੀ ਗਰੀਬ ਨਵਾਜ਼ ਹੁਕਮ ਕਰ ਸਕਦੇ ਸਨ, ਪਰ ਵਜ਼ੀਰ ਖਾਨ ਨੂੰ ਵੀ ਇਹ ਦੱਸਣਾ ਚਾਹੁੰਦੇ ਨੇ, ਸੰਸਾਰ ਨੂੰ ਵੀ ਇਹ ਦੱਸਣਾ ਚਾਹੁੰਦੇ ਹਨ ਕਿ ਭਾਈ ਜੇ ਗੁਰੂ ਸਾਹਿਬ ਜੀ ਸੀਸ ਤੇ ਹੱਥ ਰੱਖ ਦੇਣ ਤੇ ਫਿਰ ਕੋਈ ਵੀ ਜਾ ਕਰਕੇ ਇਹ ਹੋਏ, ਸਾਰੇ ਹੀ ਜਿਹੜੇ ਪਾਪੀ ਹਨ ਉਹਨਾਂ ਨੂੰ ਸਜ਼ਾਵਾਂ ਦੇ ਸਕਦਾ। ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ 5 ਸਿੰਘ ਭੇਜਣ ਤੋਂ ਭਾਵ ਸੀ ਕਿ ਅਜੇ ਇਹਨਾਂ ਨੂੰ ਗੁਰਮਤ ਗਿਆਨ, ਗੁਰਮਤ ਦੀ ਸੋਝੀ, ਗੁਰਮਤ ਰਹਿਤ ਮਰਿਆਦਾ ਪੂਰਨ ਤਰੀਕੇ ਦੇ ਨਾਲ ਦ੍ਰਿੜ ਨਹੀਂ ਹੋਈ। ਕਿਵੇਂ ਗੁਰੂ ਕੇ ਹੁਕਮ ਵਿੱਚ ਚੱਲਣਾ ਹੈ, ਤੁਸੀਂ ਸਾਰੀਆਂ ਜੰਗਾਂ ਜੁੱਦਾਂ ਚੋਂ ਲੰਘ ਕਰਕੇ ਆਏ ਜੇ, ਉਸੇ ਤਰੀਕੇ ਦੇ ਨਾਲ ਵਰਤਣਾ। ਬਾਬਾ ਬੰਦਾ ਸਿੰਘ ਜੀ ਵੀ ਇਹਨਾਂ 5 ਸਿੰਘਾਂ ਦੀ ਰਾਇ ਲੈ ਕਰਕੇ ਚੱਲਦੇ। ਰਹੋ ਵਿਚਾਰ, ਬਾਬਾ ਬੰਦਾ ਸਿੰਘ ਜੀ ਪੰਜਾਬ ਨੂੰ ਆਏ ਹਨ, ਸਤਿਗੁਰੂ ਸਾਹਿਬ ਜੀ ਦਾ ਹੁਕਮ ਪਾ ਕਰਕੇ ਆਣ ਕਰਕੇ ਇੱਥੇ ਸਮਾਣੇ ਨੂੰ ਸੋਧਣਾ ਕੀਤਾ, ਜਿੱਥੋਂ ਦੇ ਜਲਾਦਾਂ ਨੇ ਕਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉੱਤੇ ਤਲਵਾਰ ਚਲਾਈ, ਜਿੱਥੋਂ ਦੇ ਜਲਾਦਾਂ ਨੇ ਕਦੀ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕਰਕੇ ਸ਼ਹੀਦ ਕੀਤਾ। ਇਹ ਸਮਾਣਾ ਢਹਿ ਢੇਰੀ ਕੀਤਾ। ਇਸ ਤੋਂ ਬਾਅਦ ਸੋ ਜਿਹੜਾ ਸਡੌਰਾ ਨਗਰ ਹੈ, ਜਿੱਥੋਂ ਦੇ ਪੀਰ ਬੁੱਧੂ ਸ਼ਾਹ ਜੀ ਰਹਿਣ ਵਾਲੇ ਸਨ, ਜਿਨ੍ਹਾਂ ਨੂੰ ਕਦੀ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ, ਜਦੋਂ ਗਰੀਬ ਨਵਾਜ਼ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਏ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ, ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ, ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਦੀ ਸ਼ਹੀਦੀ ਤੇ ਅਫਸੋਸ ਨਾ ਕਰੀ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਏ। ਪੀਰ ਬੁੱਧੂ ਸ਼ਾਹ ਜੀ ਨੇ ਗਲ 'ਚ ਪਰਨਾ ਪਾ ਕਰਕੇ ਕਿਹਾ ਸੀ, ਗਰੀਬ ਨਵਾਜ਼ ਪੁੱਤਰਾਂ ਦੀ ਸ਼ਹਾਦਤ ਦਾ ਕੋਈ ਗਮ ਨਹੀਂ, ਇੱਕ ਅਫਸੋਸ ਹੈ ਕਿ ਇਹ ਸਰੀਰ ਵੀ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਹੋ ਜਾਂਦਾ, ਇਹ ਸਰੀਰ ਨੂੰ ਵੀ ਕਿਤੇ ਗਰੀਬ ਨਵਾਜ਼ ਮਹਾਰਾਜ ਆਪ ਜੀ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੁੰਦਾ।
कृपालू सतगुरु साहब जी ने बचन कीते, पीर बुद्धू शाह जो परमेश्वर नूं भावेगा, जे करतार नूं पाया तो यह शरीर भी लेखे लगेगा। सढौरे नगर के मुगलों ने आपस में रह करके इस गुरमुख प्यारे पीर बुद्धू शाह जी नूं गुरु का सेवक जान करके, काफर समझ करके, जींदियां नूं सो दब करके धरती दे विच ते शहीद करना। जदों पता लगा बाबा बंदा सिंह बहादुर दे ताई कि इन्ने वड्डे पापी ये सढौरे च वसदे ने, वो सढौरे नूं तहस महस कीता। इत्थे ही जदों ये रुके होए सन, उदों एक भाई बलाकी सिंह नाम का कीर्तनिया गुरमुख प्यारा रागी सिंह, जिहड़ा बड़ा मशहूर रागी सी उस समय का, उन्हें आण करके बेनती की बाबा बंदा सिंह बहादुर के पास कि गुरमुखो सानू पता लगा खालसा पंथ बड़ी चढ़दी कला सा दोबारा विचर रहा इस इलाके विच, पर मेरे नाल राम राइयां ने बड़ा धक्का किया। पुछया क्यों? कहंदे मैं शाम के समय रहरा साहब जी का नितनेम कर रहा सी संगत दे विच, ते जिस समय मैं चौपाई साहब जी की बाणी दोहरियां का जाप किया ते राम राइयां ने आण करके मेरे नाल बड़ा धक्का किया, मेरी मार कुटाई की, इत्थों तक कहा जिहड़ा अपना परिवार नहीं बचा सकिया तेरी रखिया किस तरह करेगा, ओदी बाणी क्यों पढ़ना। भाव गुरु गोबिंद सिंह महाराज जी की बाणी पढ़न तो मैनू रोकिया है, चौपाई साहब दोहरे पढ़न तो मैनू रोकिया, बहुत ही ज्यादा मेरी मार कुटाई की। बाबा बंदा सिंह बहादुर ने जदों सुनिया कि ये गुरु की बाणी के निंदक इत्थे वसदे ने, एक घुड़ाणी नगर है पायल दे कोले, इत्थे जा करके बाबा बंदा सिंह बहादुर ने इन्हां राम राइयां नूं सजावां दित्तियां, मौत दे घाट उतारिया, इत्थे कौम दा थाना स्थापित करके ते भाई बलाकी सिंह नूं इत्थों दा थाणेदार लाउणा कीता। वो जिहड़ा रागी सिंह सी नाल कहा कि इत्थों दा राज भाग भी संभालो ते नाल इत्थे गुरमत दा प्रचार करो। जिहड़ा अज भी दसम पिता सतगुरु साहब जी की बाणी का विरोध जिहड़े करदे ने, गुरु के प्यारे अज दा नहीं, ये राम राइए गुरु के निंदक जिहड़े ने शुरू तो ही आद काल तो करते रहे ने, जिन्हां नूं गुरु की बाणी चंगी नहीं लगती, जिन्हां नूं अमृत चंगा नहीं लगता, वो आरंभता तो ही करते रहे ने। जिहड़े अज भी उन्हां ग्रंथां उन्हां किताबां नूं पढ़ लैंदे ने, वो फिर इतिहास के दायरे तो शरदा के दायरे तो बाहर हो करके जो भी मनुख पढ़ लेंदा है उन्होंने अपनी विचारधारा सदीवी तौर पर बना करके प्रचार करता है। उन्होंने विचारियां का भी कोई कसूर नहीं, ये आरंभता तो ही जिहड़े गुरु के निंदक ने ऐसी करनी करते हैं। बाबा बंदा सिंह बहादुर ने इन्हां नूं सजावां दित्तियां, मलेरकोटले नूं बख्शिया कि कदी इन्हां ने हा दा नारा मारिया सी वजीर खान की कचहरी च जा करके मलेरकोटले दे उत्ते एक कृपान खालसे की नहीं चले। ये नहीं कि मलेरकोटलीए खालसे नाल जंग लड़नों हट गए सन, मलेरकोटलियां दे भरावां ने ही रोपड़ के मैदान दे विच मजैल जिहड़े माझे दे सिंह सन उन्हां दा राह रोकिया। उत्थे भी मलेरकोटलीए शेर खां दे दो भरा रोपड़ की जंग विच मारे गए हैं, पर गुरु का खालसा पंथ एकत्र होया, चप्पड़चिड़ी के मैदान विच एकत्र हो करके वजीर खान नूं इत्थे घेरिया गुरु के खालसे ने। इत्थे वड्डी हार हुई मुगलों दे, पहला सढौरे ते खालसाई परचम लहराया, समाणे ते लहराया, इस तरीके दे नाल घुड़ाणी ते फिर ओढ़क जा करके फतेहगढ़ सरहंद, जिसनूं फतेहगढ़ साहिब बाद विच नाम दिता गया, सरहंद ढा करके खोतियां नाल सुहागा फेरिया बाबा बंदा सिंह बहादुर ने। इस वजीर खान नूं हाथी दे मगर पा करके धू धू के मौत दित्ती, जिन्हें कदी छोटे साहिबजादियां नूं शहीद करवाया। ऐसियां वड्डियां सजावां दे करके बाबा बंदा सिंह बहादुर जी ने बड़ा वड्डा खालसा राज भाग कायम किया। ऐसे गुरमुख प्यारे जिन्हां ने पहला खालसा राज गुरु की कृपा सदका पंजां प्यारियां दी अगवाई विच कायम करना कीता, वो बाबा बंदा सिंह जी बहादुर ओढ़क गुरदास नंगल की गढ़ी दे विच बहुत लंबा इतिहास है। जे आपां सारा विस्तार कर लगांगे ते भाई एक पंछी झात जी उन्हां दे इतिहास ते मार लईए। जिवें गुरमुखां ने दस्सिया कि 1 तरीक नूं विशेष तौर पर उन्हां दा शहीदी दिहाड़ा मनाया जा रहा है। ये बेनती केवल तां कर रहे हैं अज कि अज उन्हां दा शहीदी दिहाड़ा है। जिवें प्रबंधकां वल्लों जिवें गुरमुखां वल्लों उन्हां दे दिहाड़े नूं मनाउण दा प्रबंध कीता, उस दिहाड़े आप जी बाबा बंदा सिंह जी दे बहादुर जी के स्थान पर जा करके खुलियां विचारां सरवण कर सकते हो। पंछी झात के तौर पर गुरदास नंगल की गढ़ी दे विच घेरा पाया गया, बड़ा वड्डा घेरा दुश्मन ने पाया। 8 महीनों तक गुरु का खालसा पंथ लड़िया, 8 महीने बाहरों की रस्त जान नहीं दिती जाती। इत्थों तक इतिहासकार लिखते हैं कि जिहड़ी बाहरली
एक कंध जदों इन्हां दा कोई भी हीया ना चलिया खालसे ते इन्हां बाहर जिहड़ी उच्ची जिहड़ी ढेर मिट्टी दा बाहर एक तुस्सी उसारनी शुरू कीती। किले दी कंध नालों वो तुस्सी उच्ची कर लई, पर फिर भी खालसा पंथ अगे जोर नहीं चलदा। ओड़क इत्थों दा जिहड़ा गवर्नर सी, जिहड़ा इत्थों दा मुख अहलकार सी, जकरिया खान ने एक चिट्ठी लिखी कि जे बाबा बंदा सिंह बहादुर ते उहदे साथी इत्थों जाना चाहण ते असी तुहानू आग्या देने आ, असी तुहानू राह दे देने, तुसी इत्थों चले जाओ। ओड़क इत्थे सरकार नू लड़दी नू 8 महीने हो गए ने, साडी इज्जत दा सवाल है, तुसी इत्थों चले जाओ। असी कह देवांगे वो भज गए ने, वो साडे तो गांह निकल गए, असी भी सरकारी दरबारे जा करके कोई मूँह विखालण जोगे रह जाइए। जदों ये चिट्ठी आई, बाबा बंदा सिंह बहादुर जी ने अपने सारे साथी गुरमुख जरनैलों नू इकट्ठे करके पुछया कि सानू की करना चाहिए। बाबा बनोद सिंह जी ਜਿਹੜੇ सतगुरु साहब जी की अंश बंश विचों होण करके इन्हां नूं त्रेन साहिबजादे भी कहा जाता है, उन्होंने विचार दी कि आपां नूं जे दुश्मन ये राय दिंदा है, जे दुश्मन कोई खुल दिंदा है तो आपां नूं प्रवान कर लैनी चाहिए। बाबा बंदा सिंह बहादुर जी ने बेनती की, कहन लगे गुरमुखो तुसी कलगीधर प्रीतम सतगुरु साहब जी की संगत च रहे हो, तुसी जानते हो इन्हां ने कदी कुरान दे पत्रे ते लिख करके खाधी हुई कसम ते नहीं रहे, मुकरे ना हुण भी जाना है, आपां नूं कुछ दिन होर इत्थे कढणे चाहीदे ने। साडा दुश्मन कमजोर होया, हुण ढिल्लियां चालां ते आया होया है, ओड़क इत्थे खालसे दी जित होवेगी। पर मनुखी सुभाअ है, मनुख जिहड़ी जबान तो एक बारी गल कर दिंदा है, उहनूं अपने वकार दा विशा बना लैंदा है, अपनी इज्जत दा सवाल बना लैंदा। बाबा मनोज सिंह जी अपनी गल उत्ते अड़ गए, बाबा बंदा सिंह जी बहादुर अपनी गल ते अड़ गए। तकरार इन्नी वधी कि दोवां जरनैलां ने एक दूजे के खिलाफ अपनियां किरपानां म्यान चों कढ लईआं। जदों ये काम होण लगा, भाई काहन सिंह जी जो भाई बनोद सिंह जी के पुत्र हैं, वो छाल मार के दोवां गुरमुखां दे विचकार आण के खलो गए। कहण लगे कौम के जरनैलो, जे कौम नूं औकड़ दे समय बिपता के समय कौम दे जरनैलां ने अपणिआं दा ही खून पीना है ते मेरा सिर हाज़र है, लो मेरे ते अपनियां किरपानां चला करके ते अपनी जिहड़ी तुहाडी खूनी प्यास बुझा लवो। इत्थे एक बेनती करां साध संगत जी, जदों कौम औकड़ दे समय च होवे ते जे कौम दे अखवाउण वाले जरनैल आपस विच एक दूजे दीयां लत्तां खिचदे होण ते फिर कौम बहुत मंदहाली च पहुंच जांदी। ये बेनती तां कीती, ये ना सोचिया जे सानू अज भाई काहन सिंह वर्गे करैक्टरां दी लोड़ है। अजोके समय दे विच बड़ी बिपता दे विचों दी लंघ रहे हैं, पर साडी बदकिस्मती वेखो कि कौम दे अखवाउण वाले जरनैल भावें एक विगा भी कौम नूं ये राज दे नां ते नहीं लैके दे सकदे, पर अज भी अजोके समय च एक दूजे दीयां पग्गां नूं हत्थ पा करके बैठे, अज भी एक दूजे दे दिवाले किरपानां सूत के बैठे ने। वास्ता है रब दा, वास्ता है सतगुरु साहबानां दा, तुहानू अपने आप नूं कौम दे जरनैल खवाउण वालिओ, कौम औखी घड़ी च है। जे कौम अपने भरावां दीयां पग्गां ला करके तुहानू आज़ादी मिल सकदी, जे अपने भरावां नूं लताड़ करके आज़ादी मिल सकदी है, ते फिर भरावो आओ सारियां दीयां पग्गां ला करके लै जाओ। पर इवें हो नहीं सकदा। जे कौम दे जथेदार खवाउंदे जे ते कौम नूं एक सूत एक धागे च परो, कौम दे विच शरधा भावना अतपाग पैदा करो। शरधा तो हीणियां कौमां जिहड़ियां कौमां भाई अपने जज्बे नूं भुल जाण, वो कौमां दी दुर्गति हुंदी संसार दे लोकां ने हुण तक इतिहास च वेखी है ते गां हुंदी रहेगी। रहो विचार भाई काहन सिंह छाल मार करके विच आ गए, कहन लगे जे तुसी खून दी प्यास एक दूजे दा खून ही तुसी भाई वेख करके रजना ते लो मेरा सिर हाजिर। बाबा बनोद सिंह जी भी झुक गए, बाबा बंदा सिंह बहादुर भी झुक गए। इस गड़ी च एक बड़ा अनोखा फैसला होया। बाबा बंदा सिंह बहादुर ने भाई काहन सिंह ते छड़ता, कहन लगे जो तुसी फैसला कर दवो सानू मंजूर। वेखो किन्ना साडा करैक्टर उच्चा होवेगा, किन्ने किरदार दे उच्चे होवांगे असीं। प्यो दुश्मन बन के तलवार कढ़ के सामने खलोता है। बाबा बंदा सिंह बहादुर दे विरोधी ने बाबा बनोद सिंह जी। बाबे बनोद सिंह दा पुत्र है भाई काहन सिंह, ते बाबा बंदा सिंह बहादुर अपने दुश्मन दे पुत ते फैसला छड़ दिंदे। ये साडा करैक्टर सी। कदी हुण ते असीं एक दूजे नूं फतेह बुलाउण तो अंग्रेज करदे, हुण ते साडा सुभाव बन गया है अगले सामने नूं वेख करके सोचदे इहो ही फतेह बुला दवे, किते मेरी जबानों फतेह पहिला ना निकल जावे। साडा सुभाव ते ऐसा बनया, इन्ने हंकार च मस्त हां। करैक्टर वेखो
ਭਾਈ ਕਾਹਨ ਸਿੰਘ ਜੀ ਦੇ ਉੱਤੇ फैसला छड्डिया गया ते उस समय दा सब नालों वाजिब फैसला भाई काहन सिंह जी ने किया। कहन लगे पिता बाबा बनोद सिंह दे ताई कि पिता जी जे तुसी जाना चाहते हो ते पर तुसी जाओ, तानू कोई हक नहीं कि तुसी बाबा बंदा सिंह बहादुर नू मजबूर करो नाल जाण। तुसी जाना चाहते जे चले जाओ, हाँ पर काहन सिंह इन्हां दे नाल रवेगा, मैं इत्थे रह करके शहादत दा जाम पीवांगा। बाबा बनोद सिंह जी गए ने साथियां नू नाल लै करके। ओड़क 8 महीनों बाद इस गढ़ी दे विच बाबा बंदा सिंह बहादुर ने समुची कौम दे मुखातब हो करके कहा, खालसा जी आओ अणख दी जिंदगी जीव लई है, मर्दां दी मौत मरन दा समा आ गया। आओ दुश्मन नू दुनिया दे नजरिए दे विच, दुनिया दे इतिहास विच एक अत जालम करार दे करके ते संसार तो जाना करिए। ओड़क गढ़ी दा दरवाजा खुलिया। गुरु के खालसे ने बड़ी भारी जंग की। इत्थे ਇਹ ਜਿਹੜੀ फौज है इत्ते किते 10 गुणा वध गुरु के खालसे नालों बाहर वध खलोती सी। इत्थे गुरु के खालसे लोहा लैंदे बहुत ज्यादा शहीद होए। कुछ सैकदे हन, कुछ जेड़े अजे चंगी हालत विच सन उन्हां नूं जींदे पकड़िया गया, जिन्हां दी गिणती 737 इतिहासकार लिखदे ने, जिन्हां चों 37 जरनैल सन ते 700 सिपाही सन। इन्हां नूं पकड़ करके बाकी जेड़े सैकदे सन उन्हां नूं इत्थे शहीद कीता गया। उन्हां सैकदियां नूं भी मार करके इत्थों जकरिया खां ये 700 ਸਿੰਘਾਂ ਦੇ जथे नूं नाल लै करके तुरिया। ਜਿਹੜਾ पापी है ਉਹਦੇ मन ਦੀਆਂ ਵਿਚਾਰਾਂ बदलदियां ਰਹਿੰਦੀਆਂ, पापी ਦਾ पाप ਵੱਧਦਾ ਹੀ ਜਾਂਦਾ। ओढ़ के इस जकरिया खां ने सोचा कि की जा करके फ्रक्सियर नूं दिल्ली जा करके की मूँह विखा लांगे भी आ 750 बंदे नाल लड़दे आ, सानू 8 महीने लग गए, आ बंदे असीं पकड़ करके लिआंदे ने, फ्रक्सियर दे पास जा करके झूठे होवांगे। इन्हें उस समय विचार करके कि नहीं इवें नहीं सानू पहुंचना चाहिए। इन्हें भाई उस समय माझे दे इलाके विच इन्हें तलवार वाहनी अपनी शुरू की। फड़ फड़ के घरां दे विचों निर्दोषे सिखां नूं, खेतीबाड़ी करदे सिखां नूं वड वड के इन्हें 700 गड्ढे ਸਿੰਘਾਂ ਦੇ सिरां दे भरे हन। 700 गड्ढे आ वेख लवो अजोके समय अजे भी दिल्ली शहर च किते ना किते गड्ढे चलदे ने। गड्ढे वेख लीए किन्ने सिर एक गड्ढे ते लदे जांदे होणगे। 700 गड्ढे ਸਿੰਘਾਂ ਦੇ सिरां दे लद करके 2000 सिर जिहड़ा ये नेजियां ते सीतल जी लिखदे ने कौम दे शहीदां दा जलूस तुरिया जा रहा है। 2000 सिर नेजी टंगवाया, 2000 सिर नेजियां ते टंग करके जित दे दमामे मारदा होया बाबा बंदा सिंह जी बहादुर नूं नाल लै करके जकरिया खां मुख ऐलकार बन करके ते दिल्ली पुज्जा है इस धरती दे उत्ते जिथे आपां बैठे हां। इत्थे आप फ्रक्सियर अगों चल करके गया है, वेख्या है गुरु के लाला नूं, बाबा बंदा सिंह जी बहादुर, भाई बाज सिंह जी आदि गुरमुखां नूं वेख करके बड़ा खुश होया कि मैं कौम जेड़े मेरे सारे दे सारे बागी सन, समुची सिख कौम अज मैं खत्म कर दी है। सारे बागी पकड़ करके मेरी कैद विच पा दिते गए। इन्हें तरतीब दिती है जेड़े गड्ढे सन 700 ਸਿੰਘਾਂ ਦੇ सिरां दे, इदों हुक्म किया गया कि ये सारे चौंकां दे विच इन्हां गड्ढियां दे ये जेड़े सिर ने ये ढेरी लवा दिते। जेड़ा दिल्ली नूं आवे, जेड़ा दिल्ली तो बाहर जावे, उहनूं पता लगे कि सिखां दा कतलेआम, सिख खत्म कर दिते गए। अज तो बाद कोई नानक नाम लेवा सिख दुनिया के लोगों नूं नहीं दिसेगा। जेड़े 700 ਸਿੰਘ ने इन्हां नूं सरबराह खां दे अंडर इन्हां नूं रखिया गया कैद विच ते नाल हुक्म किया कि इन्हां चों रोज 100 कढ करके ते इन्हां दे सिर वड्ढणे ने। पहला इन्हां नूं पुछना है कि दीन कबूल कर लवो, जे नहीं करदे ते 100 दा 100 झटका दिता जाए। इसे तरीके दे नाल बाबा बंदा सिंह जी बहादुर ते जरनैलां नूं एक पासे कैद किया गया। बाबा बंदा सिंह जी बहादुर दी धर्म पत्नी चंबा राणी ते नाल इन्हां दा पुत्र सरदार अजय सिंह जो 14 सालां दा सी, ਉਹਨੂੰ ਆਪਣੇ ਹਰਮ ਦੇ ਵਿੱਚ ਜਾਣ ਦੀ ਆਗਿਆ ਦਿੱਤੀ। ਹਰਮ ਤੋਂ ਭਾਵ ਹੈ ਜਿੱਥੇ ਇਹਦੀਆਂ ਬੇਗਮਾਂ ਰਹਿੰਦੀਆਂ ਸਨ ਉਹਨਾਂ ਨੂੰ ਉੱਥੇ ਰੱਖਿਆ ਗਿਆ। ਔੜਕ ਇਹ ਸ਼ਹੀਦੀ ਸਿਲਸਿਲਾ ਸ਼ੁਰੂ ਹੋਇਆ ਇੱਥੇ ਕਦੇ 1716 ਦੇ ਵਿੱਚ 5 ਦਸੰਬਰ ਤੋਂ ਇਹ ਜਿਹੜਾ ਸਿਲਸਿਲਾ ਹੈ ਇਹ ਸ਼ੁਰੂ ਹੁੰਦਾ ਹੈ ਕਿ ਸ਼ਹਾਦਤ ਦਾ ਜਾਮ ਇਹਨਾਂ ਗੁਰੂ ਕੇ ਖਾਲਸੇ ਨੂੰ ਪਿਆਇਆ ਗਿਆ। ਵਾਰੀ-ਵਾਰੀ 100 ਸਿੰਘ ਪਹਿਲੇ ਦਿਹਾੜੇ ਕੱਢਿਆ ਗਿਆ। मौके दे नाजम ने ਸਿੰਘਾਂ ਨੂੰ मुखातब हो करके आख्या कि खालसा जी ਸਿੰਘੋ वेख लवो
जे ते अज दीन कबूल कर लवोगे तुहानू छड़ दिता जाएगा। जेडे फौज की नौकरी करना चाहणगे, जेडे सिपाही बनना चाहणगे, उन्होंने उच्च अहुदियां ते रखा जाएगा, पर पहला तुहानू दीन कबूल करना पवेगा। सिੱਖੀ छड़ दवो। नाल जेडे पंजाब वापस जाना चाहणगे उन्होंने वड्डियां जगीरां दे करके नवाजिया जाएगा। इत्थों तक बादशाह दे जेडे अपनियां धीआं ने उन्हां दे डोले भी दिते जाणगे। ਉਹਦੇ ਮੁੱਖ ਅਹਿਲਕਾਰਾਂ ਦੀਆਂ ਧੀਆਂ ਤੁਹਾਡੇ ਨਾਲ ਵਿਆਹੀਆਂ ਜਾਣਗੀਆਂ। बस ਤੁਸੀਂ एक काम करना है, सिੱਖੀ ਛੱਡਣੀ है। पर गुरु के लाल 100 ਦੇ 100 ਸਾਲਾ मारदे अगे आए, आख्या नहीं हे जलाद, हे जालम, हे नाजम, सानू गुरु की सिੱਖੀ प्रवान है। सिੱਖੀ करके मौत ते प्रवान की जा सकती है, पर सिੱਖੀ त्याग करके जीवन प्रवान नहीं किया जा सकता। 100 ਦੇ 100 ਸਿੰਘ ਦੀ शहादत हुई। इसे तरीके दे नाल ये 2-3 दिन अजे कतलोगार चलदी होए सन। इत्थे बड़ा सुंदर एक साका वरतिया। इत्थे मजीठे तो चल करके एक बीबी अपनी नौह नूं लै करके, क्योंकि ये जानदी सी कि जिहड़ा राजे दा मुख अहलकार मुख वजीर है रतन चंद, वो मजीठे दा रहण वाला सी। इहदा पुत अजे नवां ही विआहिया सी। वो अपने पुत दी फरियाद लै करके ते इत्थे दिल्ली दरबार विच पहुंची, आण करके पुकार कीती कि मेरा पुत्र ते सिख ही नहीं, वो ते सिखां दी कैद विच सी, ते हे राजा तेरे जिहड़े सिपाही ने उहनूं भुलेखे ना फड़ लिया। राजे दे मन विच, फरक्सियर दे मन च बड़ी खुशी हुई कि चलो 700 दे विचों भावें एक ही सही, कोई ते मन्निया ना कि मैं सिख नहीं, कोई ते ऐसा है जिहड़ा दीन कबूल कर सकदा, कोई ते ऐसा है जिहदे बाबत मैं कहांगा कि कोई एक मन गया सी। इस गुरमुख का नाम इतिहासकारां ने, सरदार सोहण सिंह सीतल ने इहदा नाम भीम सिंह लिखिया है। उस तरह आम इतिहासकार इस गुरमुख का नाम हकीकत राय लिखिया। कहंदे इहदी मां ने आण करके पुकार कीती, इहदी वारी आई सी। सरदार सोहण सिंह सीतल लिखदे धौण झुका के बैठा सी जलाद दे सामने। इन्ने चिर नूं परवाना पहुंच गया है कि यह जो है ये निर्दोष है, ये सिख नहीं। मां अपनी नौह नूं नाल लै करके, इस गुरमुख दी धर्म पत्नी नूं नाल लै करके दरबार च जा करके कतलगाह, जिथे दिल्ली का पुराना स्टेशन है, पुरानी दिल्ली का स्टेशन है, इहदे नाल जो लाइब्रेरी है सामने, उत्थे एक कतलगाह होया करदी सी। इस कतलगाह वाली थां दे उत्ते पहुंची, जा करके बेनती कीती कि मेरा पुत जिहड़ा है ये सिख नहीं। आ वेखो मैं बादशाह दा परवाना लै करके आई है, इहनूं छड्ड दिता जाए, जे जींदा है तो मेरे नाल तोर दिओ। उस समय कहंदे सरबरा खान ने अगे हो करके आख्या, वो तू बड़े कर्मां वाला है, वेख तेरी मौत होने वाली सी, ऐन मौके ते आण करके ऐसा मैं कोई नहीं वेख्या कि कोई मरण वाला होवे ते ओदी जिंदगी दा परवाना आ जावे, उन्हों जिंदगी मिल जावे। इन्हें लाल अखां करके, कहंदे इतिहासकार लिखते हैं कि लाल अखां करके सरबरा खान वाल तक के आख्या मेरा कसूर की है। वेखो दुनिया के लोगों, संसार दे विच मरण वाला पुछदा है मेरा कसूर की है, मैनूं क्यों मारिया जा रहा है। धन गुरु का खालसा, धन खालसा पंथ, गुरु के सिख नूं मौत तो लांभे किया गया है। कलगीधर प्रीतम सतगुरु साहब जी की गोद विच जाण वाले नूं रोक के आख्या तैनूं जिंदगी दित्ती जा रही है, ते ओह अगों लाल पीला होके पुछदा मेरा कसूर की है, मैनूं क्यों छड्ड रहे जी, मैनूं भरावां तो क्यों वख कर रहे। जलाद कहन लगा, सरबरा खान मौके का गवर्नर कहन लगा, तेरी मां कहंदी तू सिख नहीं। माल वेख्या, मां वाल वेख के पूछन लगे तुसी क्या है, कहंदी हाँ पुत मैं आख्या है, मैं राजे दे दरबार पहुंची है, तू सिख नहीं। हस के कहन लगा, माता तेरे मोह दा जिहड़ा जाल है इहो तेनू भरमाई जांदा है। उहनूं जलाद दे सामने गोडा टेक के कहन लगा, मेरी मां झूठ बोलदी है, मैं गुरु का सिख हाँ, इवें कर बड़ी छेती दे नाल मैनूं मेरे भाइयों दे नाल मिला दे, मैं मौत जिहड़ी है ये मेरे वास्ते जीवन है। तू कहना होवेगा कि जीवन उस तरह है, पर यह मौत जीवन है, क्योंकि ये मौत तो बाद मैं कलगीधर प्रीतम सतगुरु साहब जी के चरनां प्रवान हो जाना। जलाद की कृपान चली। ये भाई भीम सिंह जिन्हों हकीकत राय भी कहते हैं, इन्हें मौत ते प्रवान कर ली, पर सिੱਖੀ त्यागनी प्रवान नहीं की। हुण आपां विचार करके वेखीए, अजोके समय निके निके लालचां दे वस हो करके सानू किसी ने जगीर नहीं जे देनी विदेशी जा करके। बहुते नौजवान गुरमुख परिवारां दे विचों जिहड़े अजोके समय दे विच सिखां दे घर जम करके केस इको ही बहाना ला करके कतल करवाई जांदे। जी असीं विदेश जाना है, उत्थे जा करके मोनियां नूं काम नहीं मिलदा,
ਉਹ ਮੋਨਿਆਂ ਨੂੰ ਕੰਮ ਮਿਲਣਾ ਤੇ ਦੂਰ, ਵਿਦੇਸ਼ਾਂ ਦੇ ਵਿੱਚ ਸਰਦਾਰ ਮਿਨਿਸਟਰ ਬਣ ਕੇ ਬੈਠੇ ਹੋਏ ਨੇ। ਕੁਝ ਤੇ ਅਕਲ ਕਰੋ, ਕੁਝ ਤੇ ਹੋਸ਼ ਕਰੋ। ਸਰਦਾਰੀਆਂ ਲੈ ਕਰਕੇ ਬੈਠੇ ਨੇ। ਕਿਹੜੇ ਮੁਲਕ ਵਿੱਚ ਸਰਦਾਰ ਜਿਨ੍ਹਾਂ ਨੇ ਆਪਣੀ ਧਾਕ ਨਹੀਂ ਜਮਾਈ? ਇੱਥੋਂ ਤੱਕ ਮੌਜੂਦਾ ਸਰਕਾਰਾਂ ਨੂੰ ਫਿਕਰ ਪਿਆ ਹੈ ਕਿ ਕਿਵੇਂ ਸਰਦਾਰਾਂ ਨੂੰ ਸਿੱਖਾਂ ਦੇ ਨਕਸ਼ੇ ਦੇ ਵਿੱਚ ਅਜੋਕੇ ਸਮੇਂ ਵਿੱਚ ਆਪਾਂ ਬਦਨਾਮ ਕਰਨਾ। ਹਰੇਕ ਯਤਨ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਕਰੈਕਟਰ ਦੇ ਖਿਲਾਫ, ਸਿੱਖਾਂ ਦੇ ਕਿਰਦਾਰ ਦੇ ਖਿਲਾਫ। ਵੇਖੋ ਇਹ ਸਰਦਾਰ ਜਿੱਥੇ ਕੋਈ ਭੁੱਖਮਰੀ ਹੁੰਦੀ ਹੈ, ਜਿੱਥੇ ਕੋਈ ਭੁਚਾਲ ਆਇਆ, ਇਹ ਲੰਗਰ ਲਾ ਕਰਕੇ ਬੈਠ ਗਏ। ਜੇ ਵਿਦੇਸ਼ਾਂ ਵਿੱਚ ਗਏ ਤੇ ਉੱਥੋਂ ਦੇ ਮਿਨਿਸਟਰ ਬਣ ਕੇ ਬੈਠ ਗਏ ਨੇ। ਇਹਨਾਂ ਦਾ ਕਰੈਕਟਰ ਖਰਾਬ ਕੀਤਾ ਜਾਵੇ। ਪਰ ਗੁਰਸਿੱਖੋ ਕਦੀ ਝਾਤੀ ਮਾਰ ਕੇ ਵੇਖਿਆ ਜੇ ਸਾਡੇ ਵਡੇਰਿਆਂ ਨੇ ਵਜ਼ੀਰੀਆਂ ਨੂੰ, ਸਾਡੇ ਵਡੇਰਿਆਂ ਨੇ ਜਗੀਰਦਾਰੀਆਂ ਨੂੰ ਲੱਤ ਮਾਰ ਕਰਕੇ ਤੇ ਗੁਰੂ ਕੀ ਸਿੱਖੀ ਨਿਭਾਈ। ਐਸੀ ਸਿੱਖੀ ਜਿਹਨੂੰ ਕਦੀ ਵਾਸਤੇ ਵੀ ਛੱਡਿਆ ਨਹੀਂ ਜਾ ਸਕਦਾ। ਉਹ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾ ਕਰਕੇ ਦੱਸਿਆ ਸੀ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਹਾਂ। ਉਸ ਬਾਪੂ ਦੇ ਪੁੱਤਰ ਹਾਂ ਜਿਹਦੀ ਸ਼ਰਤ ਹੀ ਇਹੋ ਹੈ ਕਿ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ। ਇੱਥੇ ਐਵੇਂ ਸਿੱਖੀ ਪ੍ਰਾਪਤ ਨਹੀਂ ਹੋ ਸਕਦੇ। ਰਹੋ ਵਿਚਾਰ, ਇਹ 700 ਦਾ 700 ਸਿੰਘ ਸ਼ਹੀਦ ਹੋ ਗਿਆ। ਸਰਬਰਾਹ ਖਾਨ ਰਿਪੋਰਟ ਦੇਣ ਵਾਲੇ ਕਹਿੰਦਾ ਹੈ ਬਾਦਸ਼ਾਹ ਇੱਕ ਵੀ ਸਿੱਖ ਨੇ ਦੀਨ ਕਬੂਲ ਨਹੀਂ ਕੀਤਾ। ਫਿਰ ਇਸੇ ਤਰੀਕੇ ਦੇ ਨਾਲ ਇਹਨਾਂ 37 ਜਰਨਾਲਾਂ ਦੀ ਸ਼ਹਾਦਤ ਸ਼ੁਰੂ ਹੋਈ, ਜਿਨ੍ਹਾਂ ਵਿੱਚੋਂ ਭਾਈ ਬਾਦ ਸਿੰਘ ਜੀ ਨੂੰ ਫਰਕਸੀਅਰ ਨੇ ਮਿਹਣਾ ਮਾਰਿਆ। ਇਤਿਹਾਸਕਾਰ ਲਿਖਦੇ ਨੇ ਭਾਈ ਬਾਦ ਸਿੰਘ ਨੂੰ ਕਿਹਾ, ਬਾਦਸ਼ਾਹ ਜਦੋਂ ਤੂੰ ਸਰਹੰਦ ਦਾ ਸੂਬੇਦਾਰ ਬਣਿਆ ਸਾਂ ਤੂੰ ਬੜਾ ਜ਼ੁਲਮ ਕੀਤਾ ਸਾਡੇ ਤੇ। ਤੂੰ ਕਹਿੰਦਾ ਸਾਂ ਗੁਰੂ ਗੋਬਿੰਦ ਸਿੰਘ ਮੇਰੇ ਅੰਗ ਸੰਗ ਹੈ, ਵਿਖਾਲ ਹੈ ਗੁਰੂ ਗੋਬਿੰਦ ਸਿੰਘ ਕਿੱਥੇ ਹੈ। 8 ਮਹੀਨਿਆਂ ਦੇ ਭੁੱਖੇ ਫਿਰ ਕੁਝ ਮਹੀਨੇ ਇਸ ਕੈਦ 'ਚ ਪਏ ਹੋਏ ਨੂੰ ਹੋ ਗਏ ਨੇ ਭਾਈ ਬਾਦ ਸਿੰਘ ਨੂੰ। ਇੱਥੇ ਕਿਹੜੀਆਂ ਭਾਈ ਚੋਪੜੀਆਂ ਮਿਲਦੀਆਂ ਸਨ। ਗੁਰੂ ਕੇ ਲਾਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਸ਼ੇ ਅਨੁਸਾਰ ਆਪਣੀ ਕੜੀ ਨੂੰ ਮਾਰਿਆ ਹਲੂਣਾ। ਕੜੀ ਵੱਜੀ ਹੋਈ ਤੋੜ ਕਰਕੇ ਫਰਕਸੀਅਰ ਦੀ ਕਿਰਪਾਨ ਕੱਢ ਕੇ ਤੇ ਇਹਦੇ ਨਾਲਦਿਆਂ ਨੂੰ ਝਟਕਾ ਕੇ ਆਖਿਆ, ਫਰਕਸੀਅਰ ਗੁਰ ਮੇਰੇ ਸੰਗ ਸਦਾ ਹੈ, ਗੁਰੂ ਮੇਰੇ ਸਦਾ ਸੰਗ ਹੈ। ਮੇਰਾ ਗੁਰੂ ਕਹਿੰਦਾ ਹੈ ਸਦਾ ਅੰਗ ਸੰਗੇ ਅਭੰਗੰ ਬਕੂਤ। ਮੇਰਾ ਗੁਰੂ ਕਹਿੰਦਾ ਮੈਂ ਸਦਾ ਤੇਰੇ ਅੰਗ ਸੰਗ ਹਾਂ। ਕਲਗੀਆਂ ਵਾਲਾ ਪ੍ਰੀਤਮ ਬਾਦਸ਼ਾਹ ਦਰਵੇਸ਼ ਸਰਬੰਸਦਾਨੀ ਸਤਿਗੁਰੂ ਕਦੀ ਭਾਈ ਬਾਦ ਸਿੰਘ ਤੋਂ ਵੱਖ ਹੋਇਆ ਹੀ ਨਹੀਂ। ਗੁਰੂ ਮੇਰੇ ਨਾਲ ਹੈ, ਇਹਦੇ ਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ। ਇਸ ਤਰੀਕੇ ਦੇ ਨਾਲ ਸਾਰੇ ਗੁਰਸਿੱਖਾਂ ਨੂੰ ਭਾਈ 37 ਦੇ 37 ਜਰਨੈਲ ਸ਼ਹੀਦ ਕੀਤੇ ਗਏ। ਫਿਰ ਵਾਰੀ ਆਈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ। ਬੜਾ ਲੰਮਾ ਇਤਿਹਾਸ ਹੈ, ਜੇ ਇਹਨੂੰ ਵਿਚਾਰਨ ਲੱਗੀਏ ਤੇ ਕਈ ਦਿਹਾੜੇ ਲੱਗ ਸਕਦੇ ਨੇ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਆਪਾਂ ਕੇਵਲ ਪੰਛੀ ਝਾਤ ਮਾਰ ਰਹੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਏ। ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਰੱਖ ਕਰਕੇ ਹੱਥ 'ਚ ਕਟਾਰ ਦੇ ਕਰਕੇ ਕਹਿੰਦਾ ਹੈ ਜ਼ਾਲਮ ਫਰਕਸੀਅਰ ਕਹਿੰਦਾ ਮੈਂ ਸੁਣਿਆ ਤੂੰ ਬੜਾ ਜ਼ਾਲਮ ਹੈ ਬੰਦਾ ਸਿੰਘ, ਲੈ ਤੇਰੇ ਖੂਨ ਦੀ ਪਿਆਸ ਨਾ ਮੁੱਕੀ ਹੋਵੇ ਤੇ ਆਪਣੇ ਪੁੱਤ ਦਾ ਕਾਲਜਾ ਕੱਢ ਕੇ ਵਿਖਾ। ਬਾਬਾ ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗੇ, ਫਰਕਸੀਅਰ ਅਸੀਂ ਜ਼ੁਲਮ ਦੇ ਵਿਰੋਧੀ ਹਾਂ, ਅਸੀਂ ਜ਼ਾਲਮ ਨਹੀਂ, ਜ਼ਾਲਮ ਤੁਸੀਂ ਹੋ। ਅਸੀਂ ਜ਼ੁਲਮ ਦੀ ਵਿਰੋਧਤਾ ਕਰਦੇ ਹਾਂ। ਸਾਡੇ ਗਾਤਰੇ ਤਲਵਾਰ ਨਹੀਂ ਕਿਰਪਾਨ ਹੈ। ਤਲਵਾਰ ਪਾਪ ਕਰਦੀ ਹੈ। ਕਹਿਣ ਲੱਗਾ ਕਿਰਪਾਨ 'ਚ ਕੀ ਫਰਕ ਹੈ? ਕਹਿੰਦਾ ਕਿਰਪਾਨ ਦੇ ਅਰਥ ਹੀ ਇਹੋ ਹਨ ਕਿਰਪਾ ਆਣ, ਗਊ ਗਰੀਬ ਤੇ ਕਿਰਪਾ ਕਰਨੀ ਤੇ ਆਪਣੀ ਆਣ ਨੂੰ ਬਰਕਰਾਰ ਰੱਖਣਾ। ਗੁਰਦੇਵ ਨੇ ਸਾਨੂੰ ਕਿਰਪਾਨ ਬਖਸ਼ੀ ਹੈ। ਅਸੀਂ ਮਜਲੂਮ ਜਾਣ ਕਰਕੇ ਉੱਤੇ ਕਿਰਪਾ ਕਰਦੇ ਹਾਂ, ਪਰ ਇਹ ਨਹੀਂ ਕਿ ਕੋਈ ਸਾਡੀ ਪੱਗ ਨੂੰ ਹੱਥ ਪਾ ਕਰਕੇ ਅਗਾਹ ਤੁਰ ਜਾਵੇ ਉਹਨੂੰ ਬਖਸ਼ਦੇ ਨੇ। ਆਪਣੀ ਪੱਗ ਦਾ ਸਤਿਕਾਰ, ਕੌਮ ਦਾ ਸਤਿਕਾਰ ਵੀ ਰੱਖਦੇ ਹਾਂ। ਅਸੀਂ ਇਹ ਨਹੀਂ ਕਿ ਕਿਸੇ ਮਾੜੇ ਨੂੰ ਵੇਖ ਕਰਕੇ ਧੱਕਾ ਕਰੀਏ ਤੇ ਤਗੜੇ ਦੀਆਂ ਚਬਲੀਆਂ ਝਾੜਦੇ ਫਿਰੀਏ। ਸਾਡੇ ਧਰਮ 'ਚ ਨਹੀਂ। ਕਿਰਪਾ ਵੀ ਕਰਦੇ ਆ ਮਾੜਾ ਵੇਖ ਕਰਕੇ ਤੇ ਆਣ ਵੀ ਬਰਕਰਾਰ ਰੱਖਦੇ ਆ। ਤੂੰ ਤੇ ਮੇਰੇ ਪੁੱਤਰ ਦੀ ਗੱਲ ਕਰਦਾ ਹੈ ਫਰਕਸੀਅਰ, ਤੂੰ ਆਪਣਾ ਪੁੱਤਰ ਏਡਾ ਕਲਿਆ ਕਰਕੇ ਮੇਰੀ ਝੋਲੀ ਤੇ ਰੱਖ ਦੇ, ਇਹ ਕਟਾਰ ਉਸ ਤੇ ਵੀ ਨਹੀਂ ਚੱਲੇ। ਓੜਕ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪੁੱਤਰ ਭਾਈ ਅਜੈ ਸਿੰਘ ਨੂੰ, ਜਿਹੜਾ 14.5 ਸਾਲਾਂ ਦਾ ਇਤਿਹਾਸਕਾਰ ਲਿਖਦੇ ਨੇ, ਉਸ ਭਾਈ ਅਜੈ ਸਿੰਘ ਦੀ ਭਾਈ ਕੱਢ ਕਰਕੇ ਆਂਦਰਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਗਲ 'ਚ ਪਾਈਆਂ ਗਈਆਂ। ਕਹਿੰਦੇ ਕਾਲਜਾ ਕੱਢ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਦਿੱਤਾ ਗਿਆ। ਤੇ ਫਰਕਸੀਅਰ ਕਹਿੰਦਾ 10 ਬੰਦਾ ਸਿੰਘਾ ਸਿੱਖੀ ਦਾ ਸਵਾਦ ਕਿੰਨਾ ਕੁ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕੀਤੇ, ਕਹਿਣ ਲੱਗੇ ਮੈਂ ਪੰਜਾਬ ਦਾ ਬਾਦਸ਼ਾਹ ਹਾਂ, ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਮੈਂ ਧਾਰਨ ਕੀਤੀ ਹੈ। ਸਾਡੇ ਪੰਜਾਬ 'ਚ ਰਿਵਾਜ ਹੈ ਇੱਕ, ਜਦੋਂ ਕੋਈ ਆਪਣੇ ਸਹੁਰੇ ਘਰ ਨੌਜਵਾਨ ਵਿਆਹੁਣ ਵਾਸਤੇ ਪਹਿਲੀ ਵਾਰੀ ਪਹੁੰਚਦਾ ਹੈ
ਤੇ ਸਹੁਰੇ ਉਹਦੇ ਗਲ 'ਚ ਹਾਰ ਵੀ ਪਾਉਂਦੇ ਨੇ, ਨਾਲ ਉਹਦਾ ਮੂੰਹ ਵੀ ਜਠਲਾਉਂਦੇ ਨੇ। ਮੈਂ ਐਵੇਂ ਮੰਨਦਾ ਹਾਂ ਕਿ ਮੈਂ ਲਾੜੀ ਮੌਤ ਵਿਆਹਣ ਵਾਸਤੇ ਆਇਆ, ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਤੋਂ ਕੁਰਬਾਨ ਹੋਣ ਵਾਸਤੇ ਇਸ ਦਰਬਾਰ ਵਿੱਚ ਪਹੁੰਚਾ ਹਾਂ। ਤੁਸੀਂ ਮੈਨੂੰ ਮੌਤ ਦੇ ਨਾਲ ਵਿਆਹਣਾ ਹੈ। ਮੈਂ ਐਵੇਂ ਮੰਨਦਾ ਕਿ ਜਿਵੇਂ ਉੱਥੇ ਮੂੰਹ ਜਠਲਾਇਆ ਜਾਂਦਾ, ਤੁਸੀਂ ਮੇਰਾ ਮੂੰਹ ਮੇਰੇ ਪੁੱਤਰ ਦੇ ਕਾਲਜੇ ਨਾਲ ਜਠਲਾਇਆ, ਇਹਦੀਆਂ ਆਂਦਰਾਂ ਮੇਰੇ ਗਲ 'ਚ ਪਾਈਆਂ। ਐਵੇਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਹਾਰ ਪਾਇਆ ਹੋਣ। ਔੜਕ ਬਾਬਾ ਬੰਦਾ ਸਿੰਘ ਬਹਾਦਰ ਦੀ ਪੁੱਠੀ ਖੱਲ ਲਾ ਕਰਕੇ ਜਿਉਂਦਿਆਂ ਦੀਆਂ ਅੱਖਾਂ ਕੱਢ ਕੇ ਤੇ ਇਹਨਾਂ ਨੂੰ ਸ਼ਹਾਦਤ ਦਾ ਜਾਮ ਪਿਆਇਆ ਗਿਆ। ਉਸ ਗੁਰਮੁਖ ਪਿਆਰੇ ਦਾ ਅੱਜ ਭਾਈ ਸ਼ਹੀਦੀ ਦਿਹਾੜਾ ਹੈ, ਜਿਸ ਨੇ ਗੁਰਸਿੱਖੀ ਵਾਸਤੇ ਇੰਨੀ ਵੱਡੀ ਘਾਲਣਾ ਕਰ ਲਈ। ਸਾਨੂੰ ਪਹਿਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤਾ ਹੈ। ਬੇਨਤੀ ਕਰ ਦਵਾਂ, ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਅਸੀਂ ਕੁਰਸੀਆਂ ਤੇ ਬੰਦੇ ਬਿਠਾਲੇ ਨੇ, ਪਰ ਕੌਮ ਨੂੰ ਜਰਨੈਲ ਦੀ ਅੱਜ ਤੱਕ ਵੀ ਜ਼ਰੂਰਤ ਹੈ। ਜਰਨੈਲ ਨੂੰ ਅੱਜ ਵੀ ਲੋੜ ਨਹੀਂ। ਕੌਮ ਦਾ ਸੁਹਿਰਦ ਜਰਨੈਲ ਅੱਜ ਵੀ ਕੌਮ ਤੋਂ ਗਾਇਬ ਹੈ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਬੇਨਤੀ ਕਰੀਏ, ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਗੇ ਬੇਨਤੀ ਕਰੀਏ, ਗਰੀਬ ਨਵਾਜ ਕਦੀ ਤੁਸੀਂ ਦਿੱਲੀ ਦਾ ਰੋਗ ਦੂਰ ਕੀਤਾ ਸੀ, ਕਿਰਪਾ ਕੀਤੀ ਸੀ ਆਪ ਜੀ ਨੇ, ਕਿਰਪਾਲਤਾ ਕਰਕੇ ਦਿੱਲੀ ਦੀ ਸਾਰੀ ਬਿਮਾਰੀ ਚੁੱਕ ਦਿੱਤੀ ਸੀ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੰਥ ਨੂੰ ਵੀ ਅਜੋਕੇ ਸਮੇਂ ਦੇ ਵਿੱਚ ਗਰੀਬ ਨਵਾਜ ਇਹ ਨਹੀਂ ਕਹਿ ਸਕਦੇ ਤੇਰਾ ਪੰਥ ਬਿਮਾਰ ਹੈ, ਪਰ ਢਲਿਆਈ ਜ਼ਰੂਰ ਆਈ ਹੈ। ਸਾਡੀ ਮਰਿਆਦਾ ਵਿੱਚ ਢਲਿਆਈ ਆ ਗਈ ਗਰੀਬ ਨਵਾਜ, ਸਾਡੇ ਨਿਯਮਾਂ ਵਿੱਚ ਢਲਿਆਈ ਆਈ ਹੈ। ਗੁਰਸਿੱਖੀ ਪੱਖੋਂ ਅਸੀਂ ਹੀਣੇ ਹੁੰਦੇ ਜਾ ਰਹੇ ਹਾਂ। ਕਿਰਪਾਲੂ ਸਤਿਗੁਰੂ ਸਾਹਿਬ ਜੀ ਜੀਵਨ ਬਹੁਤ ਜ਼ਿਆਦਾ ਢਿੱਲੇ ਹੋ ਚੁੱਕੇ ਨੇ। ਕਿਰਪਾ ਕਰੋ, ਰਹਿਮਤ ਕਰੋ, ਦਿਆਲਤਾ ਕਰੋ। ਜੀਵਨ ਦੀ ਆਪ ਜੀ ਕਿਰਪਾ ਕਰਕੇ ਆਪ ਜੀ ਦੇ ਹੱਥ ਵਿੱਚ ਡੋਰੀ ਹੈ, ਜੀਵਨ ਨੂੰ ਉੱਚਾ ਚੁੱਕਣਾ ਕਰੋ। ਕਿਰਪਾ ਕਰੋ ਆਪਣੀ ਕੌਮ ਨੂੰ ਆਪ ਦਿਆਲੂ ਸਤਿਗੁਰੂ ਸਾਹਿਬ ਜੀ ਸੁਹਿਰਦ ਜਰਨੈਲ ਬਖਸ਼ ਕਰਕੇ ਆਪਣੇ ਲਾਲਾਂ ਨੂੰ, ਆਪਣੇ ਲਾਲਾਂ ਦੀ ਪਟਾਰੀ ਵਿੱਚੋਂ ਗੁਰਮੁਖ ਜਰਨੈਲ ਨੂੰ ਭੇਜ ਕਰਕੇ ਆਪ ਇਸ ਕੌਮ ਦੀ ਬਾਹ ਫੜਨਾ ਕਰੋ। ਗਰੀਬ ਨਵਾਜ ਸਾਡੀ ਬੇਨਤੀ ਪ੍ਰਵਾਨ ਕਰਨਗੇ। ਉਹਨਾਂ ਗੁਰਮੁਖਾਂ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਜੋ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਦਾ ਸਦਕਾ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਇਸ ਪਾਵਨ ਦਰਬਾਰ ਵਿੱਚ ਆਰੰਭ ਹੈ, ਉਹਦੇ ਵਿੱਚ ਜੋ ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰ ਰਹੇ ਨੇ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਪ੍ਰੇਮ ਸਤਿਕਾਰ ਸਹਿਤ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਤੀਜਾ। ਜਾ ਕਉ ਰਾਖੈ ਆਪਣੀ ਸਰਣਾਈ। ਭੈਰੋ ਰਾਗ ਹੈ ਤੇ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦੇਵ ਮਹਾਰਾਜ ਜੀ ਕਿਰਪਾ ਦੇ ਖਜ਼ਾਨੇ ਸਤਿਗੁਰੂ ਸਤ ਪ੍ਰਤੱਗੀ ਸਤਿਗੁਰੂ ਜਿਨ੍ਹਾਂ ਨੇ ਭਾਈ ਕਲਯੁਗ ਦੇ ਵਿੱਚ ਹੀ ਸਤਯੁਗ ਵਰਤਾਉਣਾ ਕੀਤਾ। ਐਸੇ ਸਤਿਗੁਰੂ ਸਾਹਿਬ ਗੁਰਸਿੱਖਾਂ ਦੀ ਬੇਨਤੀ ਸੁਣ ਕਰਕੇ ਗਰੀਬ ਨਵਾਜ ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ। ਸਾਡਾ ਉਧਾਰ ਕਿਵੇਂ ਹੋ ਸਕਦਾ ਹੈ, ਅਸੀਂ ਕਿਹੜੀ ਗੱਲ ਨੂੰ ਮੰਨੀਏ ਤਾਂ ਕਰਕੇ ਸਾਡਾ ਭਲਾ ਹੋ ਸਕਦਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਕਹਿੰਦੇ ਨੇ, ਗੁਰਸਿੱਖੋ ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਜਾ ਕੋ ਰਾਖੈ ਆਪਣੀ ਸਰਣਾਈ, ਜਿਹਨੂੰ ਉਹ ਪਰਮੇਸ਼ਰ ਵਾਹਿਗੁਰੂ ਆਪਣੀ ਸ਼ਰਨ ਵਿੱਚ ਰੱਖ ਲੈਣਾ, ਜੇ ਤੇ ਕਿਰਪਾਲਤਾ ਕਰੇ। ਜਿਵੇਂ ਸਾਨੂੰ ਅੱਜ ਆਪਣੀ ਸ਼ਰਨ ਬਖਸ਼ੀ, ਇਹ ਗੁਰੂ ਕੀ ਮਿਹਰ ਹੀ ਹੈ ਨਾ, ਸਾਡਾ ਆਪਣਾ ਕੀ ਜ਼ੋਰ ਹੈ। ਇਹ ਤੇ ਮਨ ਐਸਾ ਚੰਚਲ ਹੈ, ਕਈ ਵਾਰੀ ਗੁਰਦੁਆਰਾ ਸਾਹਿਬ ਨੂੰ ਤੁਰਿਆ ਘਰੇਲੂ ਰੁਝੇਵਿਆਂ ਵੱਲ ਨੂੰ ਮੋੜ ਕਰਕੇ ਲੈ ਜਾਂਦਾ। ਇਹ ਤੇ ਐਸਾ ਚੰਚਲ ਹੈ, ਗੁਰੂ ਘਰ ਨੂੰ ਤੁਰਿਆ ਵੇਸਵਾ ਦੇ ਦੁਆਰੇ ਵੱਲ ਨੂੰ ਲੈ ਜਾਂਦਾ ਹੈ। ਐਸੇ ਮਨ ਚੰਚਲ ਨੂੰ ਜੇ ਪ੍ਰੇਰ ਕਰਕੇ ਆਪਣੀ ਸ਼ਰਨ ਬਖਸ਼ੀਏ, ਆਪਣੇ ਦਰਬਾਰ ਦੀ ਹਾਜ਼ਰੀ ਬਖਸ਼ੀਏ, ਗੁਰੂ ਕੀ ਕਿਰਪਾ ਹੈ ਨਾ। ਗਰੀਬ ਨਵਾਜ ਕਹਿੰਦੇ ਜਿਨ੍ਹਾਂ ਨੂੰ ਭਾਈ ਉਹ ਆਪਣੀ ਸ਼ਰਨ ਵਿੱਚ ਰੱਖਣਾ ਕਰਦਾ ਹੈ, ਜਿਨ੍ਹਾਂ ਤੇ ਉਹ ਕਿਰਪਾਲਤਾ ਕਰਦਾ, ਜਿਹੜੇ ਉਹਦੀ ਸ਼ਰਨ ਵਿੱਚ ਆ ਗਏ ਹਨ। ਸਾਚੇ ਲਾਗੈ ਸਾਚਾ ਫਲ ਪਾਈ। ਉਹ ਭਾਈ ਸੱਚ ਸਰੂਪ ਸੱਚ ਪ੍ਰੇਮ ਵਿੱਚ ਲੱਗੇ ਹੋਏ ਨੇ। ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਸੱਚੇ ਫਲ ਦੀ ਪ੍ਰਾਪਤੀ ਕਰ ਲੈਂਦੇ ਨੇ। ਉਹਨਾਂ ਨੂੰ ਸੱਚਾ ਫਲ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ, ਜਿਨ੍ਹਾਂ ਨੂੰ ਉਹਨੇ ਆਪਣੀ ਸ਼ਰਨ ਦੇਣਾ ਕੀਤੀ ਹੈ। ਜਿਵੇਂ ਕਦੀ ਸ਼ਰਨ ਦਿੱਤੀ ਹੈ ਬਾਬਾ ਮਰਦਾਨਾ ਜੀ ਨੇ, ਜਿਨ੍ਹਾਂ ਤੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਆਪਣੀ ਸ਼ਰਨ ਗ੍ਰਹਿਣ ਕਰਵਾ ਕਰਕੇ ਭਾਈ ਸਾਰੇ ਸੰਸਾਰ ਦਾ ਮੋਹ ਛੁਡਾ ਕਰਕੇ ਆਪਣੇ ਨਾਲ ਹੀ ਪਾ ਲਿਆ। ਇੰਨੀਆਂ ਬਖਸ਼ਾਂ ਰਹਿਮਤਾਂ ਕੀਤੀਆਂ, ਸੱਚਾ ਫਲ ਕੀ ਪ੍ਰਾਪਤ ਹੋਇਆ। ਔੜਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਬਾਬਾ ਮਰਦਾਨਾ ਜੀ ਹੋ ਗਏ। ਇੱਥੋਂ ਤੱਕ ਇਤਿਹਾਸ ਨੂੰ ਪੜ੍ਹੀਏ, ਬਾਬਾ ਮਰਦਾਨਾ ਜੀ ਕੇਵਲ ਐਸੇ ਗੁਰਸਿੱਖ ਹਨ ਜਿਨ੍ਹਾਂ ਨੂੰ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਵਾਜ਼ ਦੇ ਕਰਕੇ ਕਹਿੰਦੇ, ਭਾਈ ਮਰਦਾਨਿਆਂ ਤੇਰੇ ਬਿਨਾ ਸਾਡਾ ਸਰਦਾ ਹੀ। ਐਸੇ ਸੱਚੇ ਫਲ ਦੀ ਪ੍ਰਾਪਤੀ ਸਤਿਗੁਰੂ ਸਾਹਿਬ ਜੀ ਦੇ ਪਾਸੋਂ। ਜਿਵੇਂ ਭਾਈ ਕਦੀ ਭੂਮੀਏ ਚੋਰ ਨੇ ਬੇਨਤੀ ਕੀਤੀ, ਗਰੀਬ ਨਵਾਜ ਮੇਰੇ ਤੇ ਵੀ ਭਲਾ ਕਰੋ, ਮੈਂ ਚੋਰ ਹਾਂ, ਉਹਨੂੰ ਵੀ ਸੱਚਾ ਫਲ ਨਾਮ ਦੀ ਦਾਤ ਬਖਸ਼ ਦਿਓ।
कदी भाई लखिया जी जिहड़े लखू धाड़वी सन, कदी उन्हां ते दयालता करके सच्चे फल की प्राप्ति करवाई। बाबा बधी चंद जी आदि गुरमुख प्यारे कदी चोरी करते ने, गुरसिੱਖੀ की दात बख्शी, रहमत की, गुरसिੱਖੀ कमाई। बाबा बधी चंद जी ने जदों सच्चे नाम नाल जुड़ करके गुरु की रहमत नूं प्राप्त होए, कह दिता बधी चंद छीना गुरु का सीना, गुरु के हिरदे बन गए। ऐसा सच्चा फल जिन्हां नूं भाई महाराज अपनी शरण दे दे, ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ, ਜਿਨ੍ਹਾਂ ਨੂੰ ਉਹਨਾਂ ਦੀ ਸ਼ਰਨ ਪ੍ਰਾਪਤ ਹੋ ਗਈ, ਉਹਨਾਂ ਨੂੰ ਸੱਚਾ ਹੀ ਫਲ, ਨਾਮ ਰੂਪੀ ਫਲ ਪ੍ਰਾਪਤ ਹੋ ਗਿਆ ਹੈ ਜੀ। ਰੇ ਜਨ ਕੈਸਿਓ ਕਰਹੁ ਪੁਕਾਰਾ। ਮਹਾਰਾਜ ਕਹਿੰਦੇ ਅੱਗੇ ਪੁਕਾਰ ਕਰੀਏ। ਮਹਾਰਾਜ ਕਹਿੰਦੇ ਹੋਰ ਅੱਗੇ ਕਿਤਨਾ ਪੁਕਾਰ ਕਰ ਸਕਦੇ, ਹੋਰ ਜਿਹੜੇ ਹੋਰ ਮਨੁੱਖ ਹਨ ਜਾਂ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕਰਕੇ ਹੋਰ ਨਾ ਅੱਗੇ ਪੁਕਾਰਾ ਨਹੀਂ ਕਰ ਸਕਦੇ। ਇੱਕ ਉਹ ਅਕਾਲ ਪੁਰਖ ਵਾਹਿਗੁਰੂ ਅੱਗੇ ਪੁਕਾਰ ਕਰੋ, ਉਹਦੇ ਅੱਗੇ ਪੁਕਾਰ ਤੋਂ ਭਾਵ ਹੈ ਬੇਨਤੀ ਕਰਨਾ। ਭਾਈ ਉਹਦੇ ਅੱਗੇ ਹੀ ਅਰਦਾਸ ਕਰਿਆ ਕਰ, ਉਹਦੇ ਅੱਗੇ ਹੀ ਬੇਨਤੀ ਕਰਿਆ ਕਰ। ਹੁਕਮੇ ਹੋਆ ਹੁਕਮੇ ਵਰਤਾਰਾ। ਮਹਾਰਾਜ ਕਿਉਂ ਕਹਿੰਦੇ ਉਹਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਤੇ ਉਹਦੇ ਹੁਕਮ ਦੁਆਰਾ ਹੀ ਸਭ ਕੁਝ ਵਰਤ ਰਿਹਾ। ਇਹ ਜਿੰਨਾ ਵਰਤਾਰਾ ਹੈ ਨਾ, ਵੇਖ ਉਹਦੇ ਹੁਕਮ ਵਿੱਚ ਹੀ ਇਹ ਸਰੀਰ ਸੰਸਾਰ ਤੇ ਆਏ ਹਨ ਤੇ ਉਹਦੇ ਹੁਕਮ ਦੇ ਵਿੱਚ ਹੀ ਇਹ ਜਿਹੜਾ ਵਰਤਾਰਾ ਵਰਤ ਰਿਹਾ ਹੈ। ਕੋਈ ਚੰਗਾ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ, ਉਹਦਾ ਹੁਕਮ ਹੀ ਵਰਤ ਰਿਹਾ ਨਾ ਸਾਰੇ। ਕਿਸੇ ਨੂੰ ਆਪਾਂ ਚੰਗਾ ਕਹਿੰਦੇ, ਕਿਸੇ ਨੂੰ ਮੰਦਾ ਕਹਿੰਦੇ, ਸਾਰਾ ਉਹਦਾ ਹੁਕਮ ਹੀ ਵਰਤ ਰਿਹਾ। ਇਹ ਸਾਰਾ ਹੁਕਮ ਦਾ ਹੀ ਵਰਤਾਰਾ ਹੈ। ਜਿਵੇਂ ਕਦੀ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਜਦੋਂ ਮਜਨੂ ਕੇ ਟੱਲੇ ਸੁਭਾਏਮਾਨ ਸਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇੱਥੇ ਆਣ ਕਰਕੇ ਪੀਰ ਨਿਜ਼ਾਮੂਦੀਨ ਜੀ ਨੇ ਬੇਨਤੀ ਕੀਤੀ, ਹੈ ਗੁਰਦੇਵ ਸਤਿਗੁਰੂ ਸਾਹਿਬ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਮੇਰੇ ਮਨ 'ਚ ਇੱਕ ਭਰਮ ਹੈ, ਆਪ ਕਿਰਪਾ ਕਰਕੇ ਭਰਮ ਦੂਰ ਕਰੋ। ਹਾਂ ਪੀਰ ਜੀ, ਕੀ ਭਰਮ ਪਾਲੀ ਫਿਰਦੇ ਹੋ? ਗਰੀਬ ਨਵਾਜ, ਜੇ ਮੈਂ ਵੇਖਦਾ ਹਾਂ ਕਿ ਇਹ ਸੰਸਾਰ ਜਿਹੜਾ ਹੈ ਇਹ ਸਥੂਲ ਰੂਪ ਹੈ, ਸਦਾ ਸਥਿਤ ਰਹਿਣ ਵਾਲਾ ਹੈ, ਸਦਾ ਸਥਾਈ ਹੈ, ਤੇ ਮਹਾਰਾਜ ਫਿਰ ਮੈਂ ਵੇਖਦਾ ਹਾਂ ਕਿ ਇਹਦੇ ਵਿੱਚ ਜਿਹੜੇ ਇੱਥੋਂ ਚਲੇ ਗਏ ਨੇ, ਜਿਹੜੇ ਅੱਖਾਂ ਨਾਲ ਦਿਸਦੇ ਨਹੀਂ ਸਰੀਰ, ਉਹ ਤੇ ਫਿਰ ਸੁਪਨੇ ਦੀ ਨਿਆਈ ਨਾ, ਉਹਨਾਂ ਨੂੰ ਵੇਖ ਕਰਕੇ ਮੈਂ ਵਿਚਾਰ ਕਰਦਾ ਕਿ ਇਹ ਸਦੀਵੀ ਨਹੀਂ, ਇਹ ਨਾਸਵੰਤ ਹੈ। ਤੇ ਜੇ ਮੈਂ ਵੇਖਦਾ ਹਾਂ ਜਦੋਂ ਪਦਾਰਥ ਛਕਦਾ ਆ, ਉਦੋਂ ਮੈਨੂੰ ਇਹਨਾਂ ਪਦਾਰਥਾਂ ਦਾ ਸਵਾਦ ਆਉਂਦਾ ਹੈ, ਮੈਂ ਸਰੀਰ ਨੂੰ ਪਾਲਣ ਦੀ ਕੋਸ਼ਿਸ਼ ਕਰਦਾ, ਫਿਰ ਮੈਨੂੰ ਇਹ ਸਦਾ ਰਹਿਣ ਵਾਲਾ ਲੱਗਦਾ। ਮਹਾਰਾਜ ਕੀ ਕਰਾਂ? ਗੁਰਦੇਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੀਰ ਜੀ ਜੇ ਇਹਨਾਂ ਚੱਕਰਾਂ 'ਚ ਪਏ ਰਹੋਗੇ ਤੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਇਹਨੂੰ ਤੇ ਐਵੇਂ ਮੰਨੋ ਜਿਵੇਂ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਹੈ, ਪਰਮੇਸ਼ਰ ਦੇ ਬੇਨਤੀ ਕਰਿਆ ਕਰੋ ਕਿ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਰਹਿਮਤ ਕਰ, ਜੋ ਸਾਰਿਆਂ ਜੀਆਂ ਦਾ ਇੱਕ ਦਾਤਾ ਨਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਰਹਿਮਤ ਕਰ, ਜੋ ਸਾਰਿਆਂ ਦਾ ਇੱਕੋ ਹੀ ਦਾਤਾ ਹੈ ਨਾ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਜਿਹੜਾ ਚੰਗਿਆਂ ਨੂੰ ਵੀ ਦਿੰਦਾ, ਜਿਹੜਾ ਮੰਦਿਆਂ ਨੂੰ ਵੀ ਦਿੰਦਾ ਹੈ, ਜਿਹੜਾ ਪਾਪੀਆਂ ਨੂੰ ਵੀ ਦਿੰਦਾ, ਜਿਹੜਾ ਪੁੰਨੀਆਂ ਨੂੰ ਵੀ ਦਿੰਦਾ, ਜਿਹੜਾ ਵੇਖ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲਾ ਪੀਰ ਜੀ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਸਾਨੂੰ ਭੁੱਲੇ ਨਾ। ਤੇ ਮਹਾਰਾਜ ਜਦੋਂ ਐਵੇਂ ਮੰਨਾਂਗੇ ਫਿਰ ਕੀ ਹੋਵੇਗਾ? ਤੇ ਸਾਹਿਬ ਕਹਿਣ ਲੱਗੇ, ਪੀਰ ਜੀ ਫਿਰ ਦੂਸਰੇ ਜਾਮੇ 'ਚ ਬਖਸ਼ਿਸ਼ ਕੀਤੀ ਹੈ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਐਵੇਂ ਵੇਖੋਗੇ, ਜਦੋਂ ਉਹ ਪਰਮੇਸ਼ਰ ਵਾਹਿਗੁਰੂ ਤੁਹਾਨੂੰ ਭੁੱਲੇਗਾ ਨਹੀਂ, ਫਿਰ ਇਹ ਪ੍ਰਤੀਤ ਹੋਵੇਗਾ ਕਿ ਇਹ ਜੋ ਜਗਤ ਹੈ ਇਹ ਉਹ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਕੋਠੜੀ ਹੈ। ਇਹ ਨਾਮ ਜਪਣ ਵਾਸਤੇ ਦੇ ਹੀ ਮਿਲੀ ਹੋਈ ਹੈ। ਇਹ ਨਾਮ ਜਪ ਕਰਕੇ, ਪ੍ਰੇਮਾ ਭਗਤੀ ਕਰਕੇ ਉਹਦੇ ਮਿਲਾਪ ਵਾਸਤੇ ਮਿਲੀ ਹੈ। ਜਦੋਂ ਇਹ ਪ੍ਰਤੀਤ ਹੋਵੇਗਾ ਫਿਰ ਬਹੁਤੀਆਂ ਵੱਡੀਆਂ ਬਖਸ਼ਾਂ। ਤੇ ਪੀਰ ਨਿਜ਼ਾਮੂਦੀਨ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਕਰਕੇ ਆਖਿਆ, ਗੁਰਦੇਵ ਆਪ ਹੀ ਇਹ ਕਿਰਪਾ ਕਰ ਸਕਦੇ ਹੋ, ਮੈਂ ਅਲਪੱਗ ਹਾਂ, ਮੈਂ ਇਹ ਨਹੀਂ ਸੀ ਜਾਣ ਸਕਦਾ, ਇਹ ਆਪ ਜੀ ਦੀ ਰਹਿਮਤ ਹੈ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਉਹਦੇ ਬਾਬਤ ਦੱਸ ਰਹੇ ਨੇ, ਹੁਕਮੇ ਹੋਵਾ ਹੁਕਮ ਵਰਤਾਰਾ। ਭਾਈ ਉਹਦੇ ਹੁਕਮ ਵਿੱਚ ਹੀ ਇਹ ਸੰਸਾਰ ਹੋਇਆ ਹੈ, ਉਹਦੇ ਹੁਕਮ ਦੁਆਰਾ ਹੀ ਵਰਤਾਰਾ ਵਰਤ ਰਿਹਾ ਹੈ ਜੀ। ਰਹਾਉ ਬਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਇਹੋ ਆਕਾਰ ਤੇਰਾ ਹੈ ਧਾਰਾ। ਸੋ ਮਹਾਰਾਜ ਮੈਨੂੰ ਸਮਝਾਓ ਹੋਰ ਕੁਝ। ਕਹਿੰਦੇ ਇਹ ਜਿਹੜਾ ਤੇਰਾ ਆਕਾਰ ਧਾਰਨ ਕੀਤਾ ਹੋਇਆ ਨਾ ਦੇਹ ਰੂਪੀ, ਇਹ ਵੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਧਾਰਨ ਕੀਤਾ ਹੈ। ਅਥਵਾ ਇਹ ਜਿੰਨਾ ਵੀ
ਭਾਈ ਚੌਵਾਂ ਖਾਣੀਆਂ ਦੁਆਰਾ ਜਿਹੜਾ ਆਕਾਰ ਧਾਰਨ ਕੀਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ, ਇਹ ਵੀ ਉਹਦਾ ਹੀ ਆਪਣਾ ਹੀ ਧਾਰਨ ਕੀਤਾ ਹੋਇਆ ਹੈ ਜੀ। ਖਿਨ ਮਹਿ ਬਿਨਸੈ ਕਰਤ ਨਾ ਲਾਗੈ ਬਾਰਾ, ਤੇ ਇੱਕ ਖਿਣ ਭਰ ਦੇ ਵਿੱਚ ਹੀ ਇਹਨੂੰ ਨਾਸ ਕਰ ਦਿੰਦਾ ਹੈ, ਖਿਣ ਭਰ ਦੇ ਵਿੱਚ ਹੀ, ਤੇ ਕਰਤ ਨਾ ਲਾਗੈ ਬਾਰਾ। ਤੇ ਜਦੋਂ ਕਰਨ ਲੱਗਦਾ ਹੈ ਉਦੋਂ ਭਾਈ ਉਹਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਦਾ। ਇਹ ਨਹੀਂ ਕਿ ਢਾ ਮਿੰਟੋ ਮਿੰਟ ਹੀ ਦਿੰਦਾ ਹੈ ਤੇ ਕਰਦਿਆਂ ਉਹਨੂੰ ਸਮਾਂ ਲੱਗ ਜਾਂਦਾ, ਨਹੀਂ। ਹਰਨ ਭਰਨ ਜਾ ਕਾ ਨੇਤਰ ਫੋਰ, ਉਸ ਕਾ ਮੰਤਰ ਨਾ ਜਾਣੈ ਹੋਰ। ਇੱਕ ਅੱਖ ਖੋਲਣ ਤੇ ਮੀਟਣ ਦੇ ਸਮੇਂ ਦੇ ਵਿੱਚ ਹੀ ਉਹ ਭਾਈ ਅਕਾਲ ਪੁਰਖ ਵਾਹਿਗੁਰੂ ਇਹ ਸ੍ਰਿਸ਼ਟੀ ਨੂੰ ਰਚ ਕੇ ਪਾਲ ਕੇ ਤੇ ਨਾਸ ਕਰ ਦਿੰਦਾ ਹੈ ਤੇ ਫਿਰ ਰਚ ਲੈਂਦਾ। ਇਹਨਾਂ ਭਾਈ ਉਹ ਸਮਰੱਥ, ਐਸੀ ਉਹਦੀ ਸਮਰੱਥਾ ਹੈ। ਫਿਰ ਇਸੇ ਤਰੀਕੇ ਦੇ ਨਾਲ ਇਹ ਆਕਾਰ ਤੇਰਾ ਹੈ ਧਾਰਾ, ਇਹ ਜਿਹੜਾ ਆਕਾਰ ਤੂੰ ਧਾਰਨ ਕੀਤਾ ਹੈ ਨਾ ਕਿ ਮੈਂ ਦੇਹ ਹਾਂ, ਮੈਂ ਦੇਹ ਹਾਂ, ਆਪਣੇ ਆਪ ਨੂੰ ਦੇਹ ਸਮਝ ਕਰਕੇ ਪਰਮੇਸ਼ਰ ਵਾਹਿਗੁਰੂ ਨਾਲ ਤੇਰੀ ਅਭੇਦਤਾ ਬਣੀ ਹੋਈ, ਆਪਣੇ ਆਪ ਨੂੰ ਜੀਵ ਸਮਝੀ ਜਾਣਾ ਹੈ। ਈਸ਼ਰ ਤੋਂ ਮਨਮੁਖ ਹੋ ਕਰਕੇ, ਈਸ਼ਰ ਦੀ ਸਤਾ ਤੋਂ ਪਰੇ ਹੋ ਕਰਕੇ ਬੈਠਾ, ਇਹ ਵਿਚਾਰ ਕਰੀ ਜਾਣਾ ਕਿ ਮੈਂ ਕੁਝ ਹੋਰ ਹਾਂ। ਤੈਨੂੰ ਇਹ ਭੁੱਲ ਗਿਆ ਹੈ ਕਿ ਇਹ ਜਿਹੜਾ ਸੰਸਾਰ ਹੈ ਪਰਮੇਸ਼ਰ ਵਾਹਿਗੁਰੂ ਦਾ ਹੀ ਸਰੂਪ ਹੈ। ਇਹ ਭੁੱਲ ਕਰਕੇ ਆਪਣੇ ਆਪ ਨੂੰ ਹੋਰ ਤੇ ਪਰਮੇਸ਼ਰ ਨੂੰ ਕੋਈ ਹੋਰ ਸਮਝ ਕਰਕੇ ਬੈਠਾ ਹੋਇਆ। ਤੈਨੂੰ ਸਾਰਿਆਂ ਦੇ ਵਿੱਚ ਦੁਸ਼ਮਣ ਸੱਜਣ ਇਹੋ ਹੀ ਦਸੀ ਜਾਂਦੇ ਨੇ। ਕਿਸੇ ਨੂੰ ਸੱਜਣ ਦੀਆਂ ਨਿਗਾਹਾਂ ਨਾਲ ਵੇਖਦਾ, ਕਿਸੇ ਨੂੰ ਦੁਸ਼ਮਣ ਜਾਣ ਕਰਕੇ ਮੰਨੀ ਬੈਠਾ। ਇਹਦਾ ਕਾਰਨ ਹੈ ਕਿ ਤੈਨੂੰ ਪਰਮੇਸ਼ਰ ਦੀ ਜੋਤ ਸਾਰਿਆਂ ਥਾਵਾਂ ਤੇ ਦਿਸ ਨਹੀਂ ਰਹੀ, ਦਵੈਤ ਪਈ ਹੋਈ ਹੈ। ਜਿਹੜੇ ਮਨ ਤੇ ਬੁੱਧ ਰੂਪੀ ਨੇਤਰ ਹਨ, ਇਹਨਾਂ ਵਿੱਚ ਅਜੇ ਗਿਆਨ ਰੂਪੀ ਜੋਤੀ ਪ੍ਰਗਟ ਨਹੀਂ। ਮਨ ਤੇ ਬੁੱਧ ਦੋ ਨੇਤਰ ਹਨ, ਇਹਨਾਂ ਨੇਤਰਾਂ ਦੁਆਰਾ ਤੈਨੂੰ ਦਵੈਤ ਭਾਵ ਅਗਿਆਨਤਾ ਕਰਕੇ ਤੂੰ ਦਵੈਤ ਹੀ ਵੇਖੀ ਜਾਣਾ, ਕਿਸੇ ਨੂੰ ਦੁਸ਼ਮਣ ਸਮਝੀ ਜਾਣਾ, ਕਿਸੇ ਨੂੰ ਸੱਜਣ ਸਮਝੀ ਜਾਣਾ। ਪਰ ਸੱਜਣਾ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਜਿਹੜਾ ਇਹ ਜਿਹੜਾ ਆਕਾਰ ਤੇਰਾ ਆਪਣਾ ਧਾਰਨ ਕੀਤਾ ਹੋਇਆ ਹੈ ਨਾ, ਜਿਹੜਾ ਆਪਣੇ ਆਪ ਨੂੰ ਦੇਹ ਸਮਝ ਕਰਕੇ ਪਰਮੇਸ਼ਰ ਨੂੰ ਕੁਝ ਹੋਰ ਸਮਝੀ ਫਿਰਦਾ ਹੈ, ਜਦੋਂ ਬਖਸ਼ਿਸ਼ ਕਰਨ ਤੇ ਆਵੇਗਾ, ਜਦੋਂ ਰਹਿਮਤ ਕਰੇਗਾ, ਖਿਨ ਮਹਿ ਬਿਨਸੈ ਕਰਤ ਨਾ ਲਾਗੈ ਬਾਰਾ, ਜਦੋਂ ਉਹਦੇ ਦਰ ਦਾ ਉਹਦਾ ਪੱਲਾ ਪਕੜ ਲਵੇਂਗਾ, ਖਿਣ ਭਰ ਦੇ ਵਿੱਚ ਹੀ ਇਹ ਸਾਰੇ ਜਿਹੜਾ ਤੇਰਾ ਭਰਮ ਹੈ ਇਹ ਨਾਸ ਹੋ ਜਾਵੇ। ਤੈਨੂੰ ਸਾਰਿਆਂ ਥਾਵਾਂ ਤੇ ਇੱਕ ਜੋਤ ਉਹ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੀ ਦਿਸਣ ਲੱਗ ਪਵੇਗਾ। ਫਿਰ ਤੇਰੀ ਅਵਸਥਾ ਬਣ ਜਾਵੇਗੀ ਜਿਵੇਂ ਭਾਈ ਕਨ੍ਹਈਆ ਜੀ ਦੀ ਬਣੀ। ਕਿਆ ਨਾ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਕਰਕੇ ਸ਼ਿਕਾਇਤ ਕੀਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੂੰ ਬਹੁਤਾ ਪਲੋਸ ਕੇ ਲਾਗੇ ਬਿਠਾਲਦੇ ਜੇ, ਜਿਹਨੂੰ ਕਹਿੰਦੇ ਜੇ ਭਾਈ ਕਨ੍ਹਈਆ ਤੇਰੇ ਬਿਨਾ ਸਾਡਾ ਸਰਦਾ ਨਹੀਂ, ਤੂੰ ਬੜਾ ਗੁਰਮੁਖ ਹੈ। ਉਹ ਜਿਹੜਾ ਭਾਈ ਕਨ੍ਹਈਆ ਨਾ ਤੁਹਾਡਾ, ਮਹਾਰਾਜ ਅਸੀਂ ਦੁਸ਼ਮਣ ਨੂੰ ਮਾਰ ਮਾਰ ਕੇ ਸੁੱਟਦੇ ਹਾਂ ਧਰਤੀ ਤੇ, ਇਹ ਜਾ ਕਰਕੇ ਪਾਣੀ ਪਿਆਲ ਪਿਆਲ ਕੇ ਤੇ ਫਿਰ ਸਾਡੇ ਨਾਲ ਲੜਨ ਗੋਚਰੇ ਕਰ ਦਿੰਦਾ। ਸਤਿਗੁਰੂ ਸਾਹਿਬ ਜੀ ਨੇ ਸੱਦਿਆ, ਭਾਈ ਕਨ੍ਹਈਆ ਤੇਰੀ ਆ ਸ਼ਿਕਾਇਤ ਆਈ। ਮਹਾਰਾਜ ਕੀ? ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਕਹਿਣ ਲੱਗੇ, ਭਾਈ ਕਨ੍ਹਈਆ ਤੂੰ ਦੁਸ਼ਮਣ ਨੂੰ ਪਾਣੀ ਪਿਆਲਦਾ ਹਾਂ। ਗੁਰਦੇਵ ਸਤਿਗੁਰੂ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਲੇ। ਸਤਿਗੁਰੂ ਸਾਹਿਬ ਆਪ ਜੀ ਦੀ ਬਖਸ਼ਿਸ਼ ਹੈ, ਜਦੋਂ ਕੋਈ ਪਾਣੀ ਮੰਗਦਾ ਮੈਨੂੰ ਤੇ ਐਵੇਂ ਲੱਗਦਾ ਮੇਰੇ ਕਲਗੀਆਂ ਵਾਲੇ ਪ੍ਰੀਤਮ ਨੇ ਮੈਨੂੰ ਆਵਾਜ਼ ਮਾਰੀ। ਮੈਂ ਤੇ ਮਹਾਰਾਜ ਆਪ ਜੀ ਦੀ ਸੇਵਾ 'ਚ ਲੱਗਾ ਹੋਇਆ, ਮੈਨੂੰ ਦੂਸਰਾ ਦਿਸਦਾ ਹੀ ਕੋਈ ਨਹੀਂ। ਕਿਰਪਾਲੂ ਸਤਿਗੁਰੂ ਸਾਹਿਬ ਮੈਂ ਤੇ ਤੁਹਾਡੀ ਸੇਵਾ 'ਚ ਚਿੱਤ ਦਿੱਤਾ, ਜੇ ਕੋਈ ਹੋਰ ਹੋਵੇ ਮੈਨੂੰ ਦੱਸਿਓ। ਹਾਂ ਤੁਸੀਂ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਉਹਨਾਂ 'ਚ ਨਹੀਂ ਵਸਦੇ ਜਿਨ੍ਹਾਂ ਨੂੰ ਮੁਗਲ ਕਹਿੰਦੇ ਨੇ। ਇਹ ਮਹਾਰਾਜ ਉਹਨਾਂ ਵਿੱਚ ਵੀ ਤੇਰੀ ਜੋਤ ਹੈ, ਮੈਂ ਤੇ ਤੇਰੀ ਜੋਤ ਦੀ ਸੇਵਾ ਕੀਤੀ, ਮੈਂ ਕਿਸੇ ਹੋਰ ਚੀਜ਼ ਦੀ ਸੇਵਾ ਕੀਤੀ ਨਹੀਂ। ਐਸਾ ਭਾਈ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਜਿਹੜਾ ਇਹ ਭੇਦ ਪਿਆ ਹੋਇਆ ਸੀ। ਖਿਣ ਮਹਿ ਬਿਨਸੇ, ਖਿਣ ਭਰ ਦੇ ਵਿੱਚ ਹੀ ਬਿਨਸਾ ਨਾਸ ਹੋ ਗਿਆ ਹੈ। ਕਰਤ ਨਾ ਲਾਗਿਆ ਬਾਰਾ, ਪ੍ਰੇਮ ਰੂਪੀ ਜਿਹੜਾ ਸੋ ਧਨ ਸੀ ਉਹ ਦੇਣ ਲੱਗਿਆ ਵਾਰ ਦੇਰੀ ਨਹੀਂ ਲਾਉਂਦੇ ਸਤਿਗੁਰੂ ਸਾਹਿਬ। ਕਰ ਪ੍ਰਸਾਦ ਇੱਕ ਖੇਲ ਦਿਖਾਇਆ, ਗੁਰਦੇਵ ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਉਹਨੇ ਪ੍ਰਸਾਦ ਕਿਰਪਾ ਕਰਕੇ ਰਹਿਮਤ ਕਰਕੇ ਇਹ ਜਿਹੜਾ ਸੰਸਾਰ ਰੂਪੀ ਖੇਡ ਸਾਨੂੰ ਵਿਖਾਉਣਾ ਕੀਤਾ ਹੈ ਜੀ। ਗੁਰ ਕਿਰਪਾ ਤੇ ਪਰਮ ਪਦ ਪਾਇਆ, ਕੀ ਖੇਲ ਵਿਖਾ ਦਿੱਤਾ? ਜਿਹੜੇ ਗਿਆਨੀ ਹਨ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਖ, ਉਹਨਾਂ ਤੇ ਕਿਰਪਾ ਕਰਕੇ ਪਰਮ ਪਦਵੀ ਜੋ ਕੇਵਲ ਮੋਖ ਹੈ ਉਹਦੀ ਪ੍ਰਾਪਤੀ ਪਰਮੇਸ਼ਰ ਦੇ ਪਿਆਰਿਆਂ ਨੂੰ ਕਰਾ ਦਿੱਤੀ। ਉਹ ਕੇਵਲ ਮੋਖ ਨੂੰ ਪ੍ਰਾਪਤ ਹੋ ਗਏ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਪਰਮ ਪਦਵੀ ਉਹਨਾਂ ਨੇ ਪਰਮ ਅਸਥਾਨ ਸਤਿਗੁਰੂ ਸਾਹਿਬ ਜੀ ਨੂੰ ਕਿਰਪਾ ਕਰਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾਉਣਾ ਕੀਤਾ ਹੈ ਜੀ। ਕਹਿਤ ਨਾਨਕ ਮਾਰ ਜੀਵਾਲੇ ਸੋਏ, ਤੇ ਗੁਰਦੇਵ ਸਤਿਗੁਰੂ ਸਾਹਿਬ ਜੀ ਹੁਣ ਸਮਾਪਤੀ ਤੇ ਵੀ ਇਹੋ ਬਖਸ਼ਿਸ਼ ਕਰਦੇ ਨੇ, ਇਹ ਸਿੱਖੋ ਭਰਮ ਦੇ ਵਿੱਚ ਨਾ ਭੁੱਲ ਜਾਇਓ, ਮਾਰਨ ਵਾਲਾ ਵੀ ਉਹ ਹੈ ਤੇ ਜਵਾਲਣ ਵਾਲਾ ਵੀ ਉਹ।
ਇਹ ਨਾ ਮਨ ਚ ਸ਼ੰਕਾ ਕਰ ਲਿਆ ਜੇ ਕਿ ਉਹ ਮਾਰ ਸਕਦਾ ਹੈ, ਜਵਾਲ ਨਹੀਂ ਸਕਦਾ। ਜਿਉਣ ਵਾਲਾ ਵੀ, ਜੀਵਨ ਦੇਣ ਵਾਲਾ ਵੀ ਉਹ ਹੈ, ਮਾਰਨ ਵਾਲਾ ਵੀ ਉਹ ਹੈ। ਵੇਖੋ ਪੰਜਾਂ ਪਿਆਰਿਆਂ ਦੇ ਸੀਸ ਲੈ ਕਰਕੇ ਤੇ ਮੁੜ ਸਰਜੀਤ ਕਰਨ ਵਾਲੇ ਵੀ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਮਹਾਰਾਜ ਆਪ ਹਨ। ਵੇਖੋ ਜਿਹੜਾ ਮਨ ਦਾ ਹੰਕਾਰ ਹੈ ਇਹਨੂੰ ਮਾਰ ਕਰਕੇ ਗਿਆਨ ਨੂੰ ਜਵਾਲਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਜਿਹੜਾ ਭਾਈ ਇਸੇ ਤਰੀਕੇ ਦੇ ਨਾਲ ਲੋਭ ਹੈ, ਲੋਭ ਨੂੰ ਮਾਰ ਕਰਕੇ ਸੰਤੋਖ ਨੂੰ ਜਵਾਲਣ ਵਾਲੇ ਵੀ ਅਕਾਲ ਪੁਰਖ ਵਾਹਿਗੁਰੂ ਹਨ। ਮੋਹ ਨੂੰ ਮਾਰ ਕਰਕੇ ਜਿਹੜੀ ਸਮਤਾ ਆ ਜਾਣੀ, ਸਾਰਿਆਂ 'ਚ ਬਰਾਬਰਤਾ ਆਈ। ਇਹ ਨਹੀਂ ਇਹਨਾਂ ਅੱਖਾਂ ਦੇ ਨਾਲ ਕੋਈ ਵੈਰੀ ਤੇ ਦੁਸ਼ਮਣ ਦਿਸਣਾ ਹੀ ਨਾ। ਜੇ ਇਹ ਅਵਸਥਾ ਪ੍ਰਾਪਤ ਹੋ ਜਾਣੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਬਣਾ ਕੇ ਸਾਜਣ। ਇਹ ਜਿਹੜਾ ਅਵਸਥਾ ਪ੍ਰਾਪਤ ਕਰਵਾਉਣ ਵਾਲਾ, ਸਮਤਾ ਬਿਰਤੀ ਲਿਆਉਣ ਵਾਲਾ ਵੀ ਮੋਹ ਨੂੰ ਮਾਰ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਸੇ ਤਰੀਕੇ ਦੇ ਨਾਲ ਕ੍ਰੋਧ ਦਾ ਸਿਰ ਵੱਢ ਕਰਕੇ, ਜਿਹੜਾ ਕ੍ਰੋਧ ਹੈ ਇਹਦਾ ਸਿਰ ਵੱਢ ਕਰਕੇ ਤੇ ਸ਼ਾਂਤ ਰੂਪੀ ਉਪਦੇਸ਼ ਨਾਮ ਭਾਣਾ ਮੰਨਣ ਦਾ ਬਲ ਬਖਸ਼ਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਭਾਈ ਖਿਣ ਮਹਿ ਮਾਰ, ਖਿਣ ਭਰ ਦੇ ਵਿੱਚ ਹੀ ਉਹ ਮਾਰ ਕਰਕੇ ਜਵਾਲਣ ਹਾਰਾ। ਕਹਿਤ ਨਾਨਕ ਮਾਰ ਜਵਾਲੈ ਸੋ। ਗਰੀਬ ਨਵਾਜ ਕਹਿੰਦੇ ਭਾਈ ਉਹੋ ਹੀ ਪਰਮੇਸ਼ਰ ਵਾਹਿਗੁਰੂ ਮਾਰ ਕਰਕੇ ਜਵਾਲਣ ਹਾਰਾ। ਜਿਹੜੇ ਸੰਸਾਰ ਵੱਲੋਂ ਮਰ ਗਏ ਨੇ, ਜਿੰਨਾ ਚਿਰ ਸੰਸਾਰ ਵੱਲ ਜਿਉਂਦੇ ਸਾਂ ਉਹਨਾਂ ਚਿਰ ਪਰਮੇਸ਼ਰ ਵਾਹਿਗੁਰੂ ਦੇ ਦਰ ਤੋਂ ਮਰੇ ਹੋਏ ਸੀ। ਜਦੋਂ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋਈ, ਜਦੋਂ ਸੰਸਾਰ ਵੱਲੋਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮਰ ਗਏ ਨੇ, ਜਿਨ੍ਹਾਂ ਨੇ ਸੰਸਾਰ ਵੱਲ ਪਿੱਠ ਕਰ ਦਿੱਤੀ ਹੈ, ਜਿਹੜੇ ਸੰਸਾਰ ਵਾਲੇ ਪਾਸਿਓਂ ਮਰ ਗਏ ਨੇ, ਜਿਨ੍ਹਾਂ ਬਾਬਤ ਆਮ ਆਪਾਂ ਸੁਣਨ ਵੇਖਦੇ ਹਾਂ। ਇਥੋਂ ਤੱਕ ਭਗਤ ਕਬੀਰ ਜੀ ਦੀ ਮਾਤਾ ਨੇ ਵੀ ਕਹਿ ਦਿੱਤਾ, ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਮਾਂ ਕਹਿੰਦੀ ਇਹ ਪੁੱਤ ਮਰ ਕਿਉਂ ਨਹੀਂ ਗਿਆ ਜਿਹੜਾ ਐਵੇਂ ਹੀ ਸਾਧੂਆਂ ਨੂੰ ਮੰਨਦਾ ਫਿਰਦਾ ਹੈ। ਐਸਾ ਭਾਈ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਨਾਮ 'ਚ ਪ੍ਰੀਤੀ ਲਾਈ ਹੈ, ਕਹਿ ਹੀ ਦਿੰਦੇ ਸਾਡਾ ਤੇ ਭਾਈ ਮਰਿਆਂ ਵਰਗਾ ਹੀ, ਉਹ ਕਿਹੜਾ ਸਾਡੇ ਕਿਸੇ ਕੰਮ ਦਾ। ਪਰ ਉਹ ਜੀਵੇ ਕਿੱਥੇ ਨੇ, ਜਿਉਂਦੇ ਕਿੱਥੇ ਨੇ? ਪਰਮੇਸ਼ਰ ਵਾਹਿਗੁਰੂ ਦੇ ਦਰ ਤੇ। ਸੰਸਾਰ ਵੱਲੋਂ ਮਰ ਚੁੱਕੇ ਨੇ, ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਜਿਉਂਦੇ ਹੋ ਗਏ ਹਨ। ਐਸਾ ਬੂਝਹੁ ਭਰਮ ਨਾ ਭੁੱਲਹੁ ਕੋਏ। ਗੁਰਦੇਵ ਕਹਿੰਦੇ ਐਸਾ ਇਸ ਤਰੀਕੇ ਦੇ ਨਾਲ ਜਾਣਨਾ ਕਰੋ, ਫਿਰ ਕਦੀ ਵਾਸਤੇ ਵੀ ਭਰਮ ਦੇ ਵਿੱਚ ਭੁੱਲੋਗੇ ਨਹੀਂ। ਜਦੋਂ ਇਹ ਜਾਣ ਲਵੋਗੇ ਕਿ ਸਭ ਕੁਝ ਉਹ ਕਰਨ ਵਾਲਾ ਹੈ, ਚੰਗਿਆਂ ਨੂੰ ਵੀ ਉਹ ਪੈਦਾ ਕਰਨ ਵਾਲਾ ਹੈ, ਮੰਦਿਆਂ ਨੂੰ ਵੀ ਉਹ ਪੈਦਾ ਕਰਨ ਵਾਲਾ ਹੈ, ਚੰਗਿਆਂ ਨਾਲ ਚੰਗਿਆਈ ਕਰਨ ਵਾਲਾ ਵੀ ਉਹ ਹੈ, ਮੰਦਿਆਂ ਦੇ ਕਰਮਾਂ ਅਨੁਸਾਰ ਸਜ਼ਾਵਾਂ ਦੇਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਹਨਾਂ ਦੇ ਔਗਣਾਂ ਨੂੰ ਵੀ ਬਖਸ਼ਣ ਵਾਲਾ ਉਹ ਹੈ। ਉਹ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਇਸ ਤਰੀਕੇ ਦੇ ਨਾਲ ਬੁੱਝੋ ਜਾਣ ਲਵੋਗੇ, ਫਿਰ ਗੁਰਦੇਵ ਸਤਿਗੁਰੂ ਸਾਹਿਬ ਕਹਿੰਦੇ ਭਾਈ ਸਾਰੀਆਂ ਬਖਸ਼ਾਂ ਰਹਿਮਤਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ, ਦਿਆਲਤਾ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ, ਗੁਰਮੁਖ ਪਿਆਰਿਆਂ ਦਾ ਜੀਵਨ ਇਤਿਹਾਸ ਸੁਣਾਉਂਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ। ਗੁਰਦੇਵ ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣੀਆਂ। ਅਗਾਹ ਤੋਂ ਸਮਤ ਬਖਸ਼ਣੀ। ਧੰਨਵਾਦ ਹੈ ਗੁਰਮੁਖ ਪਿਆਰੇ ਸਿੰਘ ਸਾਹਿਬਾਨਾਂ ਦਾ, ਸੋ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਭਾਈ ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ ਹਨ। ਗਰੀਬ ਨਵਾਜ ਮਹਾਰਾਜ ਜੀ ਦੇ ਪਾਸ ਸਾਹਿਬ ਜੀ ਦੇ ਚਰਨਾਂ 'ਚ, ਗੁਰਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਹੈ ਸਹਿਬ ਸਿਓ ਮੇਲ, ਲੇਖੇ ਕਤੇ ਨਾ ਛੁੱਟੀਐ, ਖਣ ਖਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਜੇ। ਕਹਿਤ ਨਾਨਕ ਮਾਰ ਜੀਵਾਲੇ ਸੋਏ, ਐਸਾ ਬੂਝੋ ਭਰਮ ਨਾ ਭੁੱਲੋ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।